ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਰੋਜ਼ਾਨਾ ਆਨਲਾਈਨ ਗੁਰਮਤਿ ਕਲਾਸ ਐਸਐਮਸੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਸਵਾਗਤ ਹੈ ਜੀ। ਹਰ ਸੋਮਵਾਰ ਆਪ ਜੀ ਵੱਲੋਂ ਭੇਜੇ ਹੋਏ ਪ੍ਰਸ਼ਨਾਂ ਦੇ ਉੱਤਰ ਪੈਨਲ ਮੈਂਬਰ ਕੋਲੋਂ ਦਿੱਤੇ ਜਾਂਦੇ ਹਨ। ਇਹ ਪ੍ਰਸ਼ਨ ਗੁਰਬਾਣੀ, ਇਤਿਹਾਸ, ਗੁਰਬਾਣੀ ਵਿਆਕਰਨ, ਹੋਰ ਜਨਰਲ ਸਵਾਲ ਵੀ ਆਉਂਦੇ ਹਨ। ਪੈਨਲ ਮੈਂਬਰਸ ਉਹਨਾਂ ਤੇ ਵਿਚਾਰ ਕਰਕੇ ਇੱਕ ਸਹਿਮਤੀ ਦੇ ਉੱਤੇ ਜੋ ਜਵਾਬ ਬਣਦਾ ਹੈ ਉਹ ਆਪ ਜੀ ਨਾਲ ਸਾਂਝਾ ਕੀਤਾ ਜਾਂਦਾ ਹੈ। ਆਪ ਜੀ ਨੂੰ ਬਾਰ-ਬਾਰ ਬੇਨਤੀ ਕਰਦੇ ਹਾਂ ਕਿ ਇਹ ਪੈਨਲ ਮੈਂਬਰਸ ਦਾ ਯਤਨ ਹੈ ਗੁਰਬਾਣੀ ਨੂੰ ਸਮਝ ਕੇ, ਗੁਰਮਤਿ ਨੂੰ ਸਮਝ ਕੇ, ਗੁਰ ਇਤਿਹਾਸ ਸਮਝ ਕੇ ਆਪ ਜੀ ਦੇ ਨਾਲ ਉਹਦੇ ਜਵਾਬ ਸਾਂਝੇ ਕੀਤੇ ਜਾਣ। ਪਰ ਕਈ ਵਾਰੀ ਅਸੀਂ ਇਹ ਨਿਰਣਾ ਨਹੀਂ ਕਰਦੇ ਕਿ ਸਾਡੇ ਦਿੱਤੇ ਹੋਏ ਜਵਾਬ ਬਿਲਕੁਲ ਫਾਈਨਲ ਹਨ। ਆਪ ਜੀ ਨੂੰ ਕੋਈ ਵੀ ਸ਼ੱਕ ਸ਼ੁਬਾ ਹੋਵੇ ਜਾਂ ਕੋਈ ਸ਼ੰਕਾ ਉਹਦੇ ਉੱਤੇ ਹੋਵੇ ਤਾਂ ਆਪ ਜੀ ਦੁਬਾਰਾ ਉਹ ਸਵਾਲ ਪੁੱਛ ਸਕਦੇ ਹੋ ਜਾਂ ਚੈੱਕ ਕਰ ਸਕਦੇ ਹੋ। ਇਸ ਸਵਾਲ ਜਵਾਬ ਪੈਨਲ ਦੀ ਸੇਵਾ ਵੀਰ ਰਾਜਾ ਸਿੰਘ ਜੀ ਨਿਭਾ ਰਹੇ ਹਨ। ਬੇਨਤੀ ਕਰ ਰਿਹਾ ਹਾਂ ਵੀਰ ਰਾਜਾ ਸਿੰਘ ਜੀ ਨੂੰ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀਰ ਰਾਜਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਸਮਾਗਮ ਵਿੱਚ ਸਵਾਗਤ ਹੈ ਜੀ। ਤੋ ਇਸ ਤੋਂ ਪਹਿਲਾਂ ਕਿ ਅਸੀਂ ਸਵਾਲ ਜਵਾਬ ਸ਼ੁਰੂ ਕਰੀਏ, ਪੈਨਲ ਮੈਂਬਰ ਜੋ ਆਪ ਦੀ ਸੇਵਾ 'ਚ ਹਾਜ਼ਰ ਹਨ ਆਪ ਨਾਲ ਫਤਿਹ ਸਾਂਝੀ ਕਰਨਗੇ, ਫਿਰ ਅਗਲਾ ਪ੍ਰੋਗਰਾਮ ਕਰਾਂਗੇ। ਹਾਂਜੀ ਸਰ ਪ੍ਰਭਕੀਰਤਨ ਸਿੰਘ ਜੀ, ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਹ ਕਿੱਕਰ ਸਿੰਘ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸਾਹ ਐਮਪੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹ ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਅਜੇ ਮੈਂਬਰਸ ਸ਼ਾਇਦ ਜੁੜੇ ਨਹੀਂ, ਉਹ ਵੀ ਆਪ ਦੀ ਹਾਜ਼ਰੀ 'ਚ ਹਾਜ਼ਰ ਹੋ ਜਾਣਗੇ। ਤੋ ਆਓ ਸਤਸੰਗੀਓ, ਆਪ ਜੀ ਵੱਲੋਂ ਭੇਜੇ ਵੱਖ-ਵੱਖ ਵਿਸ਼ਿਆਂ ਦੇ ਜੋ ਸਵਾਲ ਨੇ ਉਹਨਾਂ 'ਚੋਂ ਆਪਾਂ ਇੱਕ ਇੱਕ ਸਵਾਲ ਕਰਕੇ ਲੈਂਦੇ ਹਾਂ। ਤੋ ਇੱਕ ਸਵਾਲ ਜਿਹੜਾ ਸਾਨੂੰ ਦਿੱਲੀ ਤੋਂ ਸਾਹ ਹਰਚਰਨ ਸਿੰਘ ਜੀ ਨੇ ਭੇਜਿਆ, ਉਹ ਇਹ ਕਹਿੰਦੇ ਨੇ ਕਿ ਮਨੁੱਖਤਾ ਨੂੰ, ਜਿਸ ਵੇਲੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਮਨੁੱਖਤਾ ਨੂੰ ਇਸਤਰੀ ਲਿੰਗ ਕਰਕੇ ਉਪਦੇਸ਼ ਦਿੱਤਾ। ਤੇ ਹਾਲਾਂਕਿ ਇਹਦੇ 'ਚ ਕੋਈ ਬਹੁਤੀ ਕਨਫਿਊਜ਼ਨ ਵਾਲੀ ਗੱਲ ਤਾਂ ਨਹੀਂ ਹੈ, ਪਰ ਉਹ ਕਹਿੰਦੇ ਪ੍ਰਚਾਰਕ ਲੋਕ ਜਿਹੜੇ ਨੇ ਉਹਨੂੰ ਜੀਵ ਰੂਪ ਇਸਤਰੀ ਕਹਿੰਦੇ ਨੇ, ਪਰ ਕਹਿੰਦੇ ਮੇਰੀ ਜਾਚੇ ਇਹਨੂੰ ਇਸਤਰੀ ਰੂਪ ਜੀਵ ਕਹਿਣਾ ਚਾਹੀਦਾ। ਤੋ ਇਹ ਥੋੜ੍ਹੀ ਜਿਹੀ ਉਹਨਾਂ ਦੇ ਮਨ 'ਚ ਸ਼ੰਕਾ, ਤੇ ਸ਼ੰਕੇ ਨੂੰ ਦੂਰ ਕਰਨਾ ਜ਼ਰੂਰ ਸਾਡਾ ਫਰਜ਼ ਹੈ ਜੇ ਕਰ ਸਕੀਏ। ਤੋ ਇਸ ਲਈ ਆਓ ਸਾਹ ਤਜਿੰਦਰ ਸਿੰਘ ਜੀ ਨੂੰ ਬੇਨਤੀ ਕਰ ਰਹੇ ਹਾਂ ਬਈ ਇਹ ਜਿਹੜਾ ਆਮ ਤੌਰ ਤੇ ਕਿਹਾ ਜਾਂਦਾ ਹੈ ਇਸਤਰੀ ਲਿੰਗ ਕਰਕੇ ਹੀ ਸੰਬੋਧਨ ਕੀਤਾ ਜਾਂਦਾ ਗੁਰਬਾਣੀ ਦੇ ਵਿੱਚ, ਤੇ ਉਹਦੇ ਬਾਰੇ ਆਪ ਇਹ ਸ਼ੰਕਾ ਜਿਹੜਾ ਹੈ ਸਾਹ ਹਰਚਰਨ ਸਿੰਘ ਜੀ ਦਾ ਉਹ ਨਿਵਰਤ ਕਰੋ ਜੀ। ਇਹ ਦਾਸ ਦੇ ਨਾਂ ਤੇ ਸਵਾਲ ਤੇ ਨਹੀਂ ਵੀਰ ਜੀ? ਹਾਂਜੀ ਤੁਹਾਡਾ ਹੀ, ਤੁਹਾਡੀ। ਮੇਰੇ ਨਾਂ ਤੇ ਅਛਲ ਸਿਲਾਈ ਵਾਲਾ ਹੈ। ਅੱਛਾ ਚਲੋ ਉਹ ਕਰ ਲੈਂਦੇ ਪਹਿਲੇ। ਇਹ ਖਿਮਾ ਕਰਨਾ ਸਾਧ ਸੰਗਤ ਜੀ। ਅਛਲ ਛਲਾਈ ਨਾ ਛਲੈ ਨਾ ਕਾਉ ਘਟਾਰਾ ਕਰ ਸਕੇ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪੰਨਾ 25 ਤੇ ਹੈ। ਤੇ ਇਹਦੇ ਵਿੱਚ ਦੋ ਰਹਾਉ ਨੇ। ਤੋ ਸਵਾਲ ਕਰਤਾ ਨੇ ਸਰਦਾਰ ਗੁਰਦਿਆਲ ਸਿੰਘ ਜੀ ਬਰੈਂਪਟਨ ਤੋਂ। ਉਹਨਾਂ ਨੇ ਪੁੱਛਿਆ ਕਿ ਆਮ ਤੌਰ ਤੇ ਜਿਸ ਵੇਲੇ ਦੋ ਰਹਾਉ ਵਰਤੇ ਜਾਂਦੇ ਨੇ ਤੇ ਦੂਜੇ ਰਹਾਉ ਦੂਜਾ ਹੁੰਦਾ ਹੈ, ਪਰ ਇਸ ਖਾਸ ਸ਼ਬਦ ਵਿੱਚ ਦੋਨੋਂ ਥਾਂ ਤੇ ਰਹਾਉ ਹੈ, ਉਹ ਜਿਹੜਾ ਲਫ਼ਜ਼ ਦੂਜਾ ਨਹੀਂ ਲਿਖਿਆ, ਇਹਦੇ ਬਾਰੇ ਇਹ ਦੱਸੋ ਵੀ ਇਹ ਕੋਈ ਖਾਸੀਅਤ ਹੈ ਜਾਂ ਇਹਦਾ ਅਰਥ ਕੀ? ਹਾਂਜੀ ਸਾਥ ਜੀ ਦੱਸੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਇਹ ਅੰਕ 25 ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਰਾਗ ਮਹਲਾ ਪਹਿਲਾ ਘਰ ਪੰਜਵਾਂ ਦਾ ਇਹ ਸ਼ਬਦ ਹੈ। ਔਰ ਇਸ ਸ਼ਬਦ ਦੇ ਵਿੱਚ ਜਿਵੇਂ ਵੀਰ ਜੀ ਨੇ ਕਿਹਾ ਹੈ ਕਿ ਇਹਦੇ ਅੰਦਰ ਦੋ ਰਹਾਉ ਹਨ। ਤੋ ਰਹਾਉ ਜਿਹੜਾ ਦੂਸਰਾ ਪਹਿਲੇ ਰਹਾਉ ਦੀ ਗੱਲ ਕਰੀ ਹੈ ਕਿ ਉਹਦੇ ਚ ਕੁਐਸਚਨ ਹੈਗਾ ਕਿ ਬਿਨ ਤੇਲ ਦੀਵਾ ਕਿਉਂ ਜਲਾ ਹੈ ਰਹਾਉ। ਔਰ ਬਾਅਦ ਵਿੱਚ ਇਸ ਤੋਂ ਬਾਅਦ ਜਿਹੜਾ ਇਹ ਕੁਐਸਚਨ ਹੈਗਾ ਇਸ ਦਾ ਜਿਹੜਾ ਜਵਾਬ ਹੈਗਾ ਉਹ ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਸੋ ਮਿਲੇ। ਤੋ ਇੱਕ ਰਹਾਉ ਦੇ ਅੰਦਰ ਸਵਾਲ ਹੈ ਕਿ ਇਹ ਜਿਹੜਾ ਬਿਨ ਤੇਲ ਦੀਵਾ ਕਿਉਂ ਜਲਾ, ਤੇ ਉਸ ਦਾ ਜਵਾਬ ਜਿਹੜਾ ਹੈ ਮਹਾਰਾਜ ਜੀ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਕਹਿ ਰਹੇ ਨੇ ਕਿ ਇਹ ਤੇਲ ਦੀਵਾ ਕਿਉਂ ਜਲੇ। ਇਸ ਦੇ ਵਿੱਚ ਵਿਚਾਰ ਕਰਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਪਹਿਲਾ ਸਵਾਲ ਹੈ ਕਿ ਬਿਨ ਤੇਲ ਦੀਵਾ ਕਿਉਂ ਜਲੇ, ਕਿ ਅਗਰ ਦੀਵੇ ਦੇ ਵਿੱਚ ਤੇਲ ਨਹੀਂ ਹੈ ਤੇ ਉਹ ਜਲ ਨਹੀਂ ਸਕਦਾ, ਤੇ ਉਹ ਜਿਹੜਾ ਹੈ ਭਾਵ ਨਹੀਂ ਜਲ ਸਕਦਾ। ਸਿਮਰਨ ਦੇ ਤੇਲ ਤੋਂ ਬਿਨਾ ਆਤਮਿਕ ਜੀਵਨ ਦਾ ਦੀਵਾ ਕਿਵੇਂ ਟਹਿਕਦਾ ਰਹਿ ਸਕਦਾ ਹੈ, ਭਾਵ ਉਹ ਬੁਝ ਜਾਏਗਾ। ਤਾਂ ਮੋਹ ਦੀ ਹਨੇਰੀ ਦੇ ਝੱਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦਿੰਦੇ। ਇਹ ਪਹਿਲਾ ਰਹਾਉ ਹੈ ਜਿਹਦੇ ਅੰਦਰ ਇਹ ਸਵਾਲ ਹੈ। ਤਾਂ ਉਹਦਾ ਜਵਾਬ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਕਿ ਪੋਥੀ ਪੁਰਾਣ ਕਮਾਈ ਹੈ ਕਿ ਪੋਥੀ ਭਾਵ ਧਾਰਮਿਕ ਪੁਸਤਕ ਜਿਹੜੀ ਹੈ ਉਹਦਾ ਅਧਿਐਨ ਕਰਨਾ ਚਾਹੀਦਾ ਹੈ ਔਰ ਉਸ ਅਨੁਸਾਰ ਸਾਨੂੰ ਆਪਣਾ ਜੀਵਨ ਜਿਹੜਾ ਬਣਾਉਣਾ ਚਾਹੀਦਾ ਹੈ। ਜਿਵੇਂ ਗੁਰਬਾਣੀ ਹੈ तो मैं गुरबाणी आधार है, गुरबाणी लाग रहा हूं। सतगुर की बाणी सच स्वरूप है, गुरबाणी बनी है। तो असी अपने जीवन नूं गुरबाणी अनुसार बनाना है और सत संतोख दया धर्म धीरज जिहड़े हन इहदे अंदर अपने जीवन विच इकट्ठे करने हैं। ये तेल हो गया ते इस नूं अपने जीवन दे विच अगर एक कमाई करिए जो गुरु उपदेश गुरबाणी विच आन पाओ वट्टी इत तन पाई है। तो भाव का मतलब है परमात्मा का डर इस शरीर विच उस दीवे विच वट्टी पा दी है असीं बना करके सच बुझण आण जलाईए। तो उन्होंने इग्नाइट करने वास्ते उस दीवे नूं जलाण वास्ते परमात्मा नाल डूंगी सांझ जिहड़ी है इस नूं असीं अग बना लईए ते इह तेल दीवा इउं जला है। ये जिहड़ा साडा जिहड़ा जीवन रूपी जिहड़ा जीवन है दीवा है ये तां टहकदा रह सकता है, तां ये दीवा जिहड़ा है वो बलिया रह सकता है। तो कर चानन साहिब तो मिले ते प्रभु दे नाम दा चानन होण करके तदों ही मालिक प्रभु दा दर्शन हुंदा है। तो इस तो बाद रहाओ है, लेकिन रहाओ दे बाद कोई रहाओ दूजा नहीं लिखिया। जिहड़ा वीर जी दा सवाल सीगा कि जदों दो रहाओ होण तां उत्थे दूजा रहाओ दूजा लिखना चाहिए। तो आओ इस गल की आपां थोड़ी जी विचार करिए कि ऐसा क्यों है। असी मांझ महला पंजवां चौक दे घर पहला शब्द असी देखते हैं, आम तौर पर सारियां नूं ही वो शब्द याद है। ते वो शब्द है मेरा मन लोचा है गुर दर्शन ताई बिलप करे चातरक की न्याय। तो स्क्रीन के ऊपर आप शब्द देख रहे हो श्री गुरु ग्रंथ साहब के अंक 15 के ऊपर ये सुभायमान है। तो मेरा मन लोचा है गुरदर्शन ताई बिलप करे चातरक की न्याय। तो मेरा मन जिहड़ा है वो लोचदा है गुरु के दर्शना ताई और बिलाप करता है, भाव पुकार करता है जिवें चातरक सवांती बूंद वास्ते जिहड़ा है वो पुकार करता है। ओदी त्रिखा नहीं उतरती, त्रिखा ना उतरे ओदी प्यास नहीं बुझदी, शांति नहीं आउंदी, शांत ना आवे बिन दर्शन संत प्यारे जियो। बिना संत दे गुरु दे दर्शन तो बिना हों कोली जो कोल कुमाई गुरु दर्शन संत प्यारे जियो रहाओ। हुण इत्थे असीं देखदे हां कि ये रहाओ है। इस तो बाद फिर एक अगे होर रहाओ होता है तेरा मुख सुहावा जियो सहज गुरबाणी चिर हुआ देखा सारंग पानी। धन सो देश जहां तू बसिया मेरे सज्जन मीत मुरारे जियो। हों कोल कमाई गुर सज्जन मीत मुरारे जियो रहा। हुण इत्थे असीं देखदे हां कि इत्थे इधर दो रहाओ हन, लेकिन ये दूसरे रहाओ दे बाद भी रहाओ दूजा नहीं लिखा है। तो इस नूं आपां अगे तोरीए तां उत्थे बाणी च आउंदा है कि तेरा मुख सुहावा जियो सहज धुन बाणी।
कि तेरा हे मनुख धनुखधारी प्रभु जी, तेरा मुंह, तेरे मुंह का दर्शन सुख देने वाला है, ठंड पाने वाला है। तेरी सिफत सलाह मेरे अंदर आत्मक अडोलता की लहर पैदा करती है। तेरा मुख सुहावा चिर हुआ देखे सारंग पानी, तेरे दर्शन कीतिया बहुत चिर हो गया है, आप तेरे दर्शन की तांग है। तो तांसो देश जहां तू वसिया, मेरे सज्जन मीत मुरारे जियो। वो जगह धन है जिथे गुरु साहब संत जी महाराज जी तुसी वसदे हो। ते हे मेरे सज्जन गुरु, हाँ कोली हाँ कोल कुमाई, गुर सज्जन मीत मुरारे जियो। फिर रहाओ आ गया, इथे रहाओ तीजा नहीं लिखा। एक कड़ी ना मिलते ता कलयुग होता। नेक्स्ट जड़ा पता है, हे प्यारे भगवान जी, जदों मैं तेनू एक कड़ी पार भी नहीं मिलता तां मेरे भा दा तां कलयुग हो जाता। हुण कद मिली है प्रिया तुद भगवंता, मैं तेरे विछोड़े विच बेबल हाँ। दसो हुण तेनू मैं कदों मिल सकदा हाँ। मोए रैन ना विहावे, नींद ना आवे, बिन देखे गुरु दरबारे जियो। हे भाई, गुरु दी शरण तो बिना परमात्मा नाल मिलाप नहीं हो सकता। ताइयों गुरु दे दरबार दा दर्शन करन तो बिना मेरी जिंदगी दी रात सौखी नहीं भी लगदी पई, मेरे अंदर शांति नहीं आउंदी। और इस तो अगली तुक जड़ी है, हाँ कोली जियो कोल कुमाई, ते सच्चे गुरु दरबारे जियो। मैं गुरु दे दरबार तो सदके हाँ, कुर्बान हाँ, जो सदा अटल रहने वाला है। इत्थे फिर रहाओ है, तो इत्थे जड़ा है नेक्स्ट रहाओ जड़ा वो नहीं लिखा होया। हुण इस तो अगली पंक्ति जड़ी है, भाग हुआ गुर संत मिलाया, प्रभ अविनाशी घर में पाया, सेव करी पर चसा न विछड़ा, जन नानक दास तुम्हारे जियो। हाउ कोली जियो कोल कुमाई, जन नानक दास तुम्हारे जियो रहाओ। तो इत्थे रहाओ दिता है। तो कहने का भाव यह है कि जरूरी नहीं कि जिथे एक तो वध रहाओ आन। हाँ, गुरु ग्रंथ साहिब विच कई जगह के उपर ये रहाओ दूजा लिखिया मिलता है, लेकिन ये जिहड़ा शब्द असीं डिस्कस कर रहे हैं इहदे विच 4 रहाओ ने, लेकिन 1 2 3 4 की गिनती नहीं लिखी हुई। तो इस करके भुलेखे च नहीं पैना कि इत्थे जिहड़ा रहाओ दूजा क्यों नहीं लिखा होया। तो बाब जिवें उहदे च क्वेश्चन आंसर है, ये जिहड़ा शब्द है जिहड़ा असीं हुणे माझ राग दा पढ़िया है, इहदे च एक सीक्वेंस है कि पहले मेरा मन लोचे गुरदर्शन ताई आ गया, फिर गुरु के दर्शनों की गल कर दी, तेरा मुख सुहावा जियो। फिर क्या एक घड़ी नहीं मिलते तो मेरे वास्ते कलयुग होता है। तो फिर कहता कि भाग हुआ गुर संत मिलाया, कि जो मैनू प्रभु ने गुरु ने संत प्रभु मिला देता है, ते फिर मेरा जिहड़ा जीवन है वो धन हो गया। ते हुण मैं उस परमात्मा दे नाल जुड़िया हाँ, मैं हुण एक पल चसा वास्ते भी उतों नहीं विछड़दा हाँ। तो ये एक सीक्वेंस है, तो जिथे सीक्वेंस है उहदे अंदर भी जिहड़े रहाओ नहीं मैंशन किए जाते, एक तो ज़्यादा जिते होण। तो आस है कि वीर जी ने जिहड़ा सवाल पूछा है तो उन्होंने इसका जवाब जिहड़ा है मिल गया होएगा। होईयां भुल्लां दी खेमा। वाहिगुरू जी का खालसा, वाहिगुरू जी की फतेह। सतविंदर सिंह जी ने दूसरे शब्द की भी व्याख्या करके सानू रहाओ बारे दस्सिया। तो ये ठीक है कि रहाओ एक तो ज़्यादा भी आउंदे ने, क्योंकि ਉਹਦੇ 'ਚ ਵੱਖ-ਵੱਖ ख्याल ਹੁੰਦੇ ਨੇ। तो सवाल जवाब वाली गल ਜਿਹੜੀ है वो ਵੀਰ ਜੀ ਨੇ ਦੱਸ ਦਿੱਤੀ है। ਤੇ ਗੱਲ ਤੇ ਹੈ ਕਿ ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦੇ ਰਹੇ ਨੇ। तो उस दे विच बड़ा स्पष्ट उपदेश है, जिस तरह के उन्होंने अर्थ भी करके दसे ने कि बिन तेल दीवा क्यों बना। तो सिमरन का तेल हमेशा चलता रहे, सतगुरु सब ते कृपा करन। धन्नवाद वीर जी आप जी। तो गुरप्रीत सिंह जी का गुरप्रीत कौर जी का मैसेज आया हुआ, आवाज़ बड़ी घट है, तो पर मेरा ख्याल है शायद उन्होंने अपने सिस्टम कोई फर्क हो सकता है, क्योंकि बाकी संगत वालों किसी की शिकायत नहीं है और मैनू लगता भी आवाज़ तो ठीक है। तो उन्होंने बेनती है भी अपना सैट जो चैक कर लें। धन्यवाद जी। तो आओ संगत जी, अगला सवाल जो है ये भी गुरबाणी की तुक है, जिहदे संगत चों पूछा गया सीगा कि शरण सहाई दास हित ऊंचे अगम अपार। इत्थे सवालकर्ता ने पूछा सी भैन जी ने कि सहाई है कि समाई है, भी कोई मिसप्रिंट तो नहीं है, या किहड़ा जिहड़ा शब्द है वो ठीक है, अप्रोप्रिएट है। तो साकिकर सिंह जी नूं बेनती है भी वो कृपा करके दस देंगे ये शब्द जिहड़ा है ये श्री गुरु ग्रंथ साहिब दे पन्ना 203 ते है, शरण सहाई दास हित ऊंचे अगम अपार। साकिकर सिंह। हाँ जी वीर जी,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਜਿਹੜਾ ਇਹ ਵੈਸੇ ਤਾਂ ਉਸ ਦਿਨ ਬੀਬੀ ਨੇ ਆਪਣੇ ਆਪ ਵੀ ਉੱਤਰ ਦਿੱਤਾ ਸੀਗਾ ਕਿ ਪਾਠ ਭੇਦ ਸੂਚੀ ਦੇ ਵਿੱਚ ਸਹਾਈ ਸ਼ਬਦ ਹੈ, ਲੇਕਿਨ ਇਸ ਦੇ ਬਾਵਜੂਦ ਵੀ ਇਹਦਾ ਨਿਰਣਾ ਕਰਨ ਵਾਸਤੇ ਸਵਾਲ ਨੂੰ ਦੁਬਾਰਾ ਲਿਆ ਗਿਆ ਹੈ। ਸੋ ਇਸ ਤੋਂ ਪਹਿਲਾਂ ਕਿ ਆਪਾਂ ਵਿਸ਼ਾ ਅਧੀਨ ਜੋ ਪੰਕਤੀ ਆਈ ਆ ਉਹਦਾ ਉੱਤਰ ਦੇਈਏ, ਇਸ ਤੋਂ ਪਹਿਲਾਂ ਆਪਾਂ ਹੋਰ ਵੀ ਇੱਕ ਦੋ ਪੰਕਤੀਆਂ ਵਿਚਾਰਦੇ ਹਾਂ। ਜਿਵੇਂ ਜਪਜੀ ਸਾਹਿਬ ਦੀ 5ਵੀਂ ਪੌੜੀ ਆ ਜੀ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਹੁਣ ਜਿਹੜਾ ਪਾਠ ਭੇਦ ਸੂਚੀ ਵਾਲਾ ਉਹ ਉਦਾਹਰਨ ਲੈ ਰਿਹਾ ਜੀ ਪੌੜੀ ਨੰਬਰ 27 ਦੀ, ਵੀ ਇੱਥੇ ਪੈਰ 'ਚ ਰਾਰਾ ਹੋਣਾ ਚਾਹੀਦਾ, ਹਾਹਾ ਮਤਲਬ ਬ੍ਰਹਮਾ ਪੜ੍ਹਨਾ ਚਾਹੀਦਾ, ਤੇ ਉਦਾਹਰਨ ਪੌੜੀ ਨੰਬਰ 27 ਦੀ ਦੇ ਰਿਹਾ, ਜਦੋਂ ਕਿ ਸਾਰੀਆਂ ਬੀੜਾਂ ਦੇ ਵਿੱਚ ਪੌੜੀ ਨੰਬਰ 5 ਦੇ ਵਿੱਚ ਬ੍ਰਹਮਾ ਹੀ ਆ। ਸੋ ਇਹ ਵੀ ਇੱਕ ਵਿਚਾਰ ਵਾਲੀ ਗੱਲ ਹੈ ਵੀ ਜੇ ਸਾਰੀਆਂ ਜਪਜੀ ਸਾਹਿਬ ਦੀਆਂ ਜਿੰਨੀਆਂ ਮਤਲਬ ਆਪਣੀਆਂ ਹੈਗੀਆਂ ਜਿਹੜੀਆਂ ਬੀੜਾਂ ਹੈਗੀਆਂ, ਉੱਥੇ ਇੱਕ ਵੀ ਬੀੜ ਦੇ ਵਿੱਚ ਪੌੜੀ ਨੰਬਰ 5 ਦੇ ਵਿੱਚ ਕਿਤੇ ਵੀ ਪੈਰ ਦੇ ਵਿੱਚ ਹਾਹਾ ਨਹੀਂ ਲੱਗਿਆ, ਤੇ ਫਿਰ ਕੀ ਇੱਥੇ ਹਾਹਾ ਲਾ ਲੈਣਾ ਚਾਹੀਦਾ ਹੈ? ਉਦਾਹਰਨ ਦਿੱਤੀ ਜਾ ਰਹੀ ਹੈ ਪੌੜੀ ਨੰਬਰ 27 ਦੀ। ਅੱਛਾ, ਉਸ ਤੋਂ ਅੱਗੇ ਦੇਖੋ ਜੀ, ਹੋਰ ਵੀ 2 ਵਾਰੀ ਇੱਥੇ ਆਇਆ ਹੈ ਕੇਤੇ ਬਰਮੇ ਘਾੜਤ ਘੜੀਏ, ਇੱਥੇ ਵੀ ਪੈਰ 'ਚ ਹਾਹਾ ਨਹੀਂ ਲੱਗਿਆ। ਇਸ ਤੋਂ ਵੀ ਇੱਕ ਥਾਂ ਹੋਰ ਲੱਗਿਆ, ਉੱਥੇ ਵੀ ਪੈਰ 'ਚ ਹਾਹਾ ਨਹੀਂ ਲੱਗਿਆ। ਸੋ ਮੈਂ ਇਹ ਸਮਝਦਾ ਹਾਂ ਵੀ ਕਿਉਂਕਿ ਬਰਮਾ ਦੇਵਤੇ ਦਾ ਨਾਂ ਹੈ, ਜੇ ਅਸੀਂ ਇਹਦੇ ਪੈਰ 'ਚ ਹਾਹਾ ਲਾਉਣੇ ਆ ਫਿਰ ਇਹਦਾ ਅਰਥ ਵੀ ਹੋਰ ਬਣ ਜਾਂਦਾ ਹੈ। ਫਿਰ ਇਹਦਾ ਅਰਥ ਬਣ ਜਾਂਦਾ ਜੀ ਬ੍ਰਹਮਾ, ਬ੍ਰਹਮ ਨੂੰ ਜਾਣਨ ਵਾਲਾ। ਉਹ ਬ੍ਰਹਮ ਨੂੰ ਜਾਣਦਾ ਸੀ ਜਾਂ ਨਹੀਂ ਜਾਣਦਾ ਸੀ, ਇਹਦਾ ਵਾਹਿਗੁਰੂ ਜਾਣੇ ਜੀ। ਇਹ ਤਾਂ ਗੁਰਬਾਣੀ 'ਚ ਬਾਰ-ਬਾਰ ਖੰਡਨ ਵੀ ਕੀਤਾ ਹੈ। ਤੇ ਇਸ ਕਰਕੇ ਵੀ ਇਹ ਮਤਲਬ ਜ਼ਰੂਰੀ ਨਹੀਂ ਵੀ ਅਸੀਂ ਹਰ ਇੱਕ ਥਾਂ ਵੇਖ ਕੇ, ਜੇ 27 ਪੌੜੀ ਦੇ ਵਿੱਚ ਉੱਥੇ ਕਿਤੇ ਲੱਗਿਆ ਹੈਗਾ ਪੈਰ 'ਚ ਰਾਰਾ, ਤੇ ਇੱਥੇ ਵੀ ਆਪਣਾ ਪੈਰ 'ਚ ਉਹਦੇ ਹਾਹਾ ਮਤਲਬ ਬ੍ਰਹਮਾ ਪੈਰ 'ਚ ਰਾਰਾ ਲਾਈਏ, ਜਿਵੇਂ ਲਿਖਿਆ ਬ੍ਰਹਮਾ ਉਵੇਂ ਪੜ੍ਹ ਲੈਣਾ ਚਾਹੀਦਾ। ਦੂਜੀ ਗੱਲ ਵੀ ਇਸ ਕਰਕੇ ਸਾਨੂੰ ਕਾਹਲੀ ਵਿੱਚ ਪਾਠ ਭੇਦ ਸੂਚੀ ਨੂੰ ਵੇਖ ਕੇ ਕੋਈ ਵੀ ਇਹ ਫੈਸਲਾ ਨਹੀਂ ਕਰ ਲੈਣਾ ਚਾਹੀਦਾ ਕਿ ਕਿਹੜਾ ਪਾਠ ਗਲਤ ਹੈ ਜਾਂ ਕਿਹੜਾ ਠੀਕ ਹੈ। ਇਸ ਬਾਰੇ ਲੰਮੀ ਸੋਚ ਵਿਚਾਰ ਕਰਕੇ ਹੀ ਫੈਸਲਾ ਲੈਣਾ ਚਾਹੀਦਾ ਹੈ, ਤੇ ਇਸ ਲਈ ਸਮਾਂ ਭਾਵੇਂ ਵਧੇਕ ਲੱਗ ਜਾਵੇ। ਹੁਣ ਆਪਾਂ ਜੋ ਅੱਜ ਦਾ ਵਿਸ਼ਾ ਹੈ ਇਹਦੀ ਗੱਲ ਕਰਦੇ ਹਾਂ ਜੀ। ਇਹ ਰਾਗ ਗੌੜੀ ਬਰਾਗਨ ਮਹਿਲਾ 5ਵਾਂ ਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹਦਾ ਜਿਹੜਾ ਰਹਾਉ ਦਾ ਬਣਦਾ ਜੀ, ਪਹਿਲਾਂ ਆਪਾਂ ਉਹ 'ਚ ਗੁਰੂ ਸਾਹਿਬ ਦੀ ਮੰਗ ਕੀ ਆ, ਗੁਰੂ ਸਾਹਿਬ ਦੀ ਬੇਨਤੀ ਕੀ ਆ। ਦਈ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜੀਓ। ਜੇਕਰ ਡਿਸਪਲੇ ਹੋ ਸਕਦਾ ਹੈ ਤਾਂ ਵੀਰ ਜੀ ਡਿਸਪਲੇ ਕਰ ਦਿਓ ਤਾਂ ਕਿ ਕਲੀਅਰ ਹੋ ਜੇ। ਦਈ ਗੁਸਾਈ ਮੀਤਲਾ, ਪੰਨਾ ਨੰਬਰ 203 ਹੈ ਜੀ। ਦਈ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜੀਓ, ਇਹ ਰਹਾ ਹੋਇਆ। ਇਹਦੇ ਅੱਗੇ ਜਾ ਕੇ ਜਿਹੜੀ ਇਹ ਪੰਕਤੀ ਆਉਂਦੀ ਆ, ਕਿਆ ਸੁਖ ਤੇਰੇ ਸਮਲਾ ਕਵਣ ਵਿਧੀ ਵਿਚਾਰ, ਸ਼ਰਨ ਸਮਾਈ ਦਾਸ ਹਿਤ ਉੱਚੇ ਅਗੰਮ ਅਪਾਰ। ਗੁਰੂ ਸਾਹਿਬ ਪਰਮਾਤਮਾ ਦੀ ਵਡਿਆਈ ਕਰ ਰਹੇ ਆ। ਜਦੋਂ ਕਿਸੇ ਤੋਂ ਮੰਗਣਾ ਹੋਵੇ, ਹਾਂਜੀ ਠੀਕ ਹੈ ਜੀ, ਧੰਨਵਾਦ ਜੀ ਵੀਰ ਜੀ। ਹੁਣ ਜਦੋਂ ਕਿਸੇ ਤੋਂ ਕੁਝ ਮੰਗਣਾ ਹੋਵੇ ਤੇ ਇਹ ਇੱਕ ਦੁਨਿਆਵੀ ਪੱਖ ਵੀ ਹੈ ਵੀ ਪਹਿਲਾਂ ਉਹਦੀ ਵਡਿਆਈ ਕੀਤੀ ਜਾਂਦੀ ਹੈ, ਉਹਨੂੰ ਵਡਿਆ ਕੇ ਫਿਰ ਉਹ ਤੋਂ ਜੋ ਮਰਜ਼ੀ ਮੰਗ ਲਈਏ। ਇਵੇਂ ਗੁਰੂ ਸਾਹਿਬ ਪਹਿਲਾਂ ਪਰਮਾਤਮਾ ਦੀ ਵਡਿਆਈ ਕਰ ਰਹੇ ਆ, ਤੇ ਜਿਹੜੀ ਮੰਗ ਹੈ ਉਹ ਫਿਰ ਅੱਗੇ ਵੀ ਰੱਖਦੇ ਆ ਤੇ ਉੱਪਰ ਵੀ ਰੱਖੀ ਆ। ਹਾਂ, ਹੇ ਪ੍ਰਮਾਤਮਾ, ਹੇ ਮੇਰੇ ਮਾਲਕ, ਤੇਰੇ ਮੈਂ ਕਿਹੜੇ ਕਿਹੜੇ ਸੁੱਖਾਂ ਨੂੰ ਯਾਦ ਕਰਾਂ, ਕੋਈ ਇੱਕ ਹੋਵੇ ਤਾਂ ਯਾਦ ਕਰਾਂ, ਤੇ ਕਿਹੜੇ ਢੰਗ ਨਾਲ ਉਹਦੀ ਵਿਚਾਰ ਕਰਾਂ। ਤੇ ਸ਼ਰਨ ਸਮਾਈ, ਤੁਸੀਂ ਸ਼ਰਨ ਆਏ ਨੂੰ ਸਮਾਈ ਕਰਦੇ ਹੋ, ਭਾਵ ਆਪਣੇ ਵਿੱਚ ਸਮਾ ਲੈਂਦੇ ਹੋ। ਦਾਸਾਂ ਦੇ ਹਿੱਤ ਹੋ, ਦਾਸਾਂ ਦੇ ਹਿੱਤੂ ਹੋ, ਅਤੇ ਉੱਚੇ ਅਗੰਮ ਅਪਾਰ, ਇਹ ਸਭ ਤੋਂ ਉੱਚੇ, ਇਹ ਅਗੰਮ ਅਪਾਰ ਪ੍ਰਭੂ, ਇਹ ਪ੍ਰਮਾਤਮਾ ਦੀ ਵਡਿਆਈ ਆ। ਅੱਛਾ, ਇਸ ਤੋਂ ਅੱਗੇ ਦੇਖੋ ਜੀ, ਫਿਰ ਜਿਹੜਾ ਅਗਲਾ ਸ਼ਬਦ ਹੈ ਉਹ ਵੀ ਇਹ ਜਿਹੜਾ ਨਾ ਰਾਗ ਗੌੜੀ ਬਰਾਗਨ ਐਕਚੁਅਲ, ਤੇ ਜਿਹੜਾ ਅਗਲਾ ਸ਼ਬਦ ਹੈ ਉਹ ਵੀ ਬਰਾਗਨ ਹੈ, ਗੌੜੀ ਬਰਾਗਨ। ਉਹਦੇ ਵਿੱਚ ਵੀ ਜਿਹੜਾ ਆਖਰੀ ਬੰਦ ਗੁਰੂ ਸਾਹਿਬ ਕੀ ਮੰਗ ਕਰਦੇ ਆ,
ਕਰ ਕਿਰਪਾ ਮਿਲ ਪ੍ਰੀਤਮ ਪਿਆਰੇ, ਕਿਰਪਾ ਕਰਕੇ हे ਮੇਰੇ ਪਿਆਰੇ ਪ੍ਰੀਤਮ ਮੈਨੂੰ ਮਿਲ, ਬਿਨੋ ਸੁਣੋ ਪ੍ਰਭ ਊਚ ਅਪਾਰੇ, ਮੇਰੀ ਬੇਨਤੀ ਸੁਣੋ हे ਪ੍ਰਭ ਊਚ ਅਪਾਰੇ, ਨਾਨਕ ਮੰਗਤ ਨਾਮ ਆਧਾਰੇ। ਇਸ ਤੋਂ ਅਗਲਾ ਇੱਕ ਹੋਰ ਆਪਾਂ ਵਿਚਾਰ ਲਈਏ, ਕਵਨ ਗੁਣ ਪ੍ਰਾਨਪਤ ਮਿਲੋ ਮੇਰੀ ਮਾਈ। ਕਿਹੜੇ ਗੁਣਾ ਕਰਕੇ, ਕਿਹੜੇ ਗੁਣਾ ਦੇ ਨਾਲ, ਕਿਹੜੇ ਗੁਣਾ ਦੇ ਰਾਹੀਂ ਮੈਂ ਆਪਣੇ ਪ੍ਰਾਨਪਤੀ, ਮੇਰਾ ਪ੍ਰਾਣਾ ਦਾ ਮਾਲਕ, ਮੇਰੀ ਪ੍ਰਾਣਾ ਦਾ ਜੋ ਮਾਲਕ ਹੈ, ਪਤੀ ਹੈ, ਮੈਂ ਉਹਨੂੰ ਕਿਵੇਂ ਮਿਲਾਂ। हे ਮੇਰੀ ਮਾਈ, हे ਮੇਰੀ ਮਾਂ। ਆਪਣੀ ਜਿੰਦ ਨੂੰ ਕਹਿ ਰਿਹਾ, ਇਹ ਕੋਈ ਦੁਨਿਆਵੀ ਮਾਂ ਨਹੀਂ ਹੈਗੀ ਵੀ ਆਪਣੀ ਦੁਨਿਆਵੀ ਮਾਂ ਨੂੰ ਪੁੱਛ ਰਿਹਾ। ਤੇ ਇਸ ਕਰਕੇ हे ਮੇਰੀ ਜਿੰਦੇ, हे ਮੇਰੀ ਜੀਵ ਆਤਮਾ, ਮੈਂ ਆਪਣੇ ਮਾਲਕ, ਜੋ ਪ੍ਰਾਣਾ ਦਾ ਮਾਲਕ ਹੈ, ਉਹਨੂੰ ਕਿਵੇਂ ਮਿਲ ਸਕਦੀ ਹਾਂ। ਫਿਰ ਅੱਗੇ ਗੁਰੂ ਸਾਹਿਬ ਆਪਣੇ ਔਗਣ ਵੀ ਦੱਸਦੇ ਹਨ। ਰੂਪਹੀਨ ਬੁੱਧ ਬਲਹੀਨੀ, ਮੋਹੇ ਪਰਦੇਸਨ ਦੂਰ ਤੇ ਆਈ, ਨਾਹਿਨ ਦਰਬ ਨਾ ਜੋਬਨ ਮਾਤੀ, ਮੋਹੇ ਅਨਾਥ ਕੀ ਕਰੋ ਸਮਾਈ। ਹੁਣ ਇੱਥੇ ਸਪਸ਼ਟੀ ਹੈ ਵੀ ਗੁਰੂ ਸਾਹਿਬ ਮੰਗ ਕੀ ਕਰ ਰਹੇ ਆ। ਨਾ ਮੇਰੇ ਕੋਲੇ ਕੋਈ ਧਨ ਦੌਲਤ ਹੈ, ਨਾ ਮੈਨੂੰ ਕੋਈ ਮਤਲਬ ਜੋਬਨ ਦੀ ਮਸਤੀ ਹੈ, ਤੇ ਮੈਂ ਅਨਾਥ ਹਾਂ ਬਿਲਕੁਲ। ਇਹ ਦੁਨੀਆ 'ਚ ਮੇਰਾ ਕੋਈ ਹੈ ਹੀ ਨਹੀਂ, ਅਨਾਥ ਹੈ। ਮੋਹੇ ਅਨਾਥ ਕੀ ਕਰੋ ਸਮਾਈ, ਤੇ ਮੇਰੀ ਸਮਾਈ ਕਰੋ, ਮੈਨੂੰ ਆਪਣੇ ਵਿੱਚ ਸਮਾ ਲਵੋ। ਤੇ ਇਸ ਕਰਕੇ ਵੀ ਗੁਰੂ ਸਾਹਿਬ ਤਕਰੀਬਨ ਅੱਗੇ ਪਿੱਛੇ ਸਾਰੇ ਸ਼ਬਦਾਂ ਦੇ ਵਿੱਚ ਮੰਗ ਕੀ ਕਰ ਰਹੇ, ਆਪਾਂ ਇਹ ਦੇਖਣ ਵਾਲੀ ਗੱਲ ਹੈ। ਸੋ ਇਸ ਤੇ ਮੈਂ ਸਮਝਦਾ ਵੀ ਜਿਹੜਾ ਇਹ ਸ਼ਰਨ ਸਮਾਈ ਦਾਸ ਹਿੱਤ ਉੱਚੇ ਅਗੰਮ ਅਪਾਰ, ਤੇ ਆਪਣੇ ਆਪ ਹੀ ਸਪਸ਼ਟ ਹੋ ਜਾਂਦਾ ਹੈ ਗੁਰੂ ਸਾਹਿਬ ਸਮਾਈ ਦੀ ਹੀ ਗੱਲ ਕਰ ਰਹੇ ਹੈ। ਉਹਨਾਂ ਦੀ ਮੰਗ ਵੀ ਸਮਾਈ ਦੀ ਹੈ, ਤੇ ਉਹ ਪ੍ਰਮਾਤਮਾ ਦੀ ਵਡਿਆਈ ਵੀ ਕਰ ਰਹੇ ਹੈ। ਤੁਸੀਂ ਸ਼ਰਨ ਆਏ ਦੀ ਸਮਾਈ ਕਰਨ ਵਾਲੇ ਹੋ, ਤੁਸੀਂ ਦਾਸਾਂ ਦੇ ਹਿੱਤੂ ਹੋ, ਤੁਸੀਂ ਉੱਚੇ ਹੋ, ਤੁਸੀਂ ਅਗੰਮ ਅਪਾਰ ਹੋ। ਤੇ ਇਸ ਕਰਕੇ ਇਹ ਜਿਹੜਾ ਉੱਤਰ ਤਾਂ ਆਪਣੇ ਆਪ ਹੀ ਸਪਸ਼ਟ ਹੋ ਜਾਂਦਾ ਹੈ। ਸੋ ਮੈਂ ਸਮਝਦਾ ਵੀ ਸਹਾਈ ਨਾਲੋਂ ਸਮਾਈ ਜਿਹੜਾ ਸ਼ਬਦ ਹੈ ਇਹ ਜ਼ਿਆਦਾ ਢੁਕਵਾਂ ਹੈ। ਇਸ ਤੋਂ ਅਗਲਾ ਜਿਹੜਾ ਹੈ ਜੀ, ਆਪਾਂ ਵੀ ਜੇ ਕੋਈ ਸ਼ਬਦ ਫਰਜ਼ ਕਰ ਲਓ ਪਾਠ ਭੇਦ ਸੂਚੀ ਦੇ ਵਿੱਚ ਥੋੜਾ ਬਹੁਤਾ ਫਰਕ ਨਾਲ ਹੈ, ਕਿ ਉਹਨੂੰ ਹਰ ਇੱਕ ਨੂੰ ਅਸੀਂ ਅੱਖਾਂ ਮੀਚ ਕੇ ਮੰਨ ਲੈਣਾ, ਜਾਂ ਉਹਦਾ ਕੀ ਢੰਗ ਤਰੀਕਾ ਹੋਣਾ ਚਾਹੀਦਾ। ਤੇ ਉਹਦਾ ਇਹ ਢੰਗ ਤਰੀਕਾ ਜੀ ਵੀ ਤਿੰਨ ਮਤਲਬ ਨੁਕਤੇ ਹੈ ਗੁਰਬਾਣੀ ਨੂੰ ਵਿਚਾਰਨ ਦੇ। ਪਹਿਲਾ ਹੈਗਾ ਜੀ ਵੀ ਉਹਦਾ ਅਰਥ ਭਾਵ ਕੀ ਬਣਦਾ। ਮੈਂ ਸਮਝਦਾ ਵੀ ਸਮਾਈ ਤੇ ਸਹਾਈ 'ਚ ਕੋਈ ਬਹੁਤਾ ਅਰਥ ਭਾਵ 'ਚ ਫਰਕ ਨਹੀਂ ਹੈਗਾ। ਕਿਸੇ ਦੀ ਸਹਾਇਤਾ ਕਰਨੀ ਹੈ, ਉਹ ਕਾਹਦੇ ਵਾਸਤੇ ਕੀਤੀ ਜਾਂਦੀ ਹੈ। ਅਸੀਂ ਸਹਾਇਤਾ ਇਸੇ ਵਾਸਤੇ ਹੀ ਮੰਗਦੇ ਹਾਂ ਕਿ ਸਾਡਾ ਪਰਮਾਤਮਾ ਦੇ ਵਿੱਚ ਮਿਲਾਪ ਹੋ ਜਾਵੇ। ਜਿੰਨੀਆਂ ਵੀ ਸਾਡੇ ਜੀਵਨ ਦੀਆਂ ਪੌੜੀਆਂ ਹੈ, ਉਹ ਇੱਕ ਇੱਕ ਕਰਕੇ ਚੜ੍ਹਨ ਤੋਂ ਫਿਰ ਕੀ ਅਖੀਰ 'ਚ ਕੀ ਹੋਣਾ ਜੀ, ਪਰਮਾਤਮਾ ਦੇ ਵਿੱਚ ਸਮਾਈ ਹੋਣੀ ਹੈ। ਤੇ ਜਾਂ ਫਿਰ 84 ਲੱਖ ਜਿਹੜੀ ਜੂਨੀ ਹੈ, ਅਸੀਂ ਕਿਸੇ ਜੂਨ 'ਚ ਪੈ ਜਾਵਾਂਗੇ, ਜੋ ਸਾਡਾ ਗੁਰਬਾਣੀ ਦਾ ਫਰਮਾਨ ਹੈ। ਤੇ ਅਸੀਂ ਜਨਮ ਮਰਨ ਤੋਂ ਬਚਣ ਵਾਸਤੇ ਪਰਮਾਤਮਾ ਦੇ ਵਿੱਚ ਲੀਨਤਾ, ਪਰਮਾਤਮਾ ਦੇ ਵਿੱਚ ਸਮਾਈ ਹੀ ਮੰਗਦੇ ਹਾਂ। ਸੋ ਇੱਥੇ ਸਹਾਇਤਾ ਮੰਗਣੀ, ਉਹ ਕਾਹਦੇ ਵਾਸਤੇ ਮੰਗਣੀ ਹੈ ਜੀ, ਪਰਮਾਤਮਾ ਦੀ ਸਮਾਈ ਵਾਸਤੇ, ਪਰਮਾਤਮਾ ਦੇ ਵਿੱਚ ਸਮਾਉਣ ਵਾਸਤੇ। ਤੇ ਗੁਰੂ ਸਾਹਿਬ ਨੇ ਸਭ ਤੋਂ ਵੱਡੀ ਮੰਗ ਮੰਗ ਲਈ। ਜਿਵੇਂ ਅਸੀਂ ਮੰਗਦੇ ਹਾਂ ਨਾ, ਮੰਗਣ ਮੰਗ ਤੇ ਏਕੇ ਮੰਗ, ਹਰ ਜਸ ਗੁਰ ਤੇ ਮੰਗਣਾ। ਉਹ ਕਹਿੰਦੇ ਜੀ ਪਰਮਾਤਮਾ ਤੋਂ, ਗੁਰੂ ਤੋਂ ਹਰੀ ਦਾ ਜਸ ਮੰਗ ਲਓ ਤੇ ਉਹਦੇ ਵਿੱਚ ਸਾਰਾ ਕੁਝ ਆ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਸਮਾਈ ਮੰਗ ਲਈ ਤੇ ਫਿਰ ਸਹਾਇਤਾ ਤੇ ਹੋਰ ਗੱਲਾਂ ਤਾਂ ਪਿੱਛੇ ਹੀ ਰਹਿ ਗਈਆਂ। ਹੇ ਪ੍ਰਮਾਤਮਾ ਮੈਨੂੰ ਆਪਣੇ ਵਿੱਚ ਸਮਾ ਲਵੋ, ਤੇ ਬਾਕੀ ਗੱਲਾਂ ਪਿੱਛੇ ਰਹਿ ਗਈਆਂ। ਬਾਕੀ ਜਿਹੜੇ ਅਗਲੇ ਪਿਛਲੇ ਸ਼ਬਦ ਹੈ, ਉਹ ਵੀ ਗੁਰੂ ਸਾਹਿਬ ਮਿਲਾਪ ਦੀ ਗੱਲ ਕਰ ਰਹੇ ਆ, ਸਮਾਈ ਦੀ ਗੱਲ ਕਰ ਰਹੇ ਆ। ਤੇ ਦੂਜਾ ਜਿਹੜਾ ਨੁਕਤਾ ਹੈ ਜੀ, ਜੇਕਰ ਕੋਈ ਅਜਿਹਾ ਸ਼ਬਦ ਹੋਵੇ ਜਿਹੜਾ ਕਿ ਗੁਰਮਤਿ ਵਿਚਾਰਧਾਰਾ ਦੇ ਉਲਟ ਅਰਥ ਹੁੰਦਾ ਹੋਵੇ, ਉੱਥੇ ਸ਼ਬਦ ਬਦਲਣ ਨਾਲ ਗੁਰਮਤਿ ਵਿਚਾਰ ਦੀ ਜਿਹੜਾ ਖੁੱਲ੍ਹ ਕੇ ਸਪਸ਼ਟ ਹੁੰਦਾ ਹੋਵੇ, ਫਿਰ ਵੀ ਅਸੀਂ ਉਹਨੂੰ ਮੰਨਣ ਯੋਗ ਸਮਝ ਸਕਦੇ ਹਾਂ। ਤੀਜਾ ਜਿਹੜਾ ਪੁਆਇੰਟ ਹੈ, ਗੁਰਬਾਣੀ ਵਿਆਕਰਨ ਅਨੁਸਾਰ ਵੀ ਉਹਦਾ ਅਰਥ ਠੀਕ ਹੋਵੇ, ਭਾਵ ਉਹਦੀਆਂ ਲਗਾ ਮਾਤਰਾ ਦੇ ਵਿੱਚ ਬਹੁਤੀ ਕੋਈ ਤਬਦੀਲੀ ਨਾ ਹੁੰਦੀ ਹੋਵੇ। ਕਿਉਂਕਿ ਭਾਵੇਂ ਆਪਾਂ ਨੂੰ ਰਾਗਾਂ ਦੀ ਬਹੁਤੀ ਜਾਣਕਾਰੀ ਨਹੀਂ ਹੈਗੀ ਹੈ, ਪਰ ਜਦੋਂ ਤੁਸੀਂ ਮਹਾਨ ਕੋਸ਼ ਪੜ੍ਹੋਗੇ ਤਾਂ ਉਹਦੇ ਵਿੱਚ ਬਕਾਇਦਾ ਜਾਣਕਾਰੀ ਦਿੱਤੀ ਹੈ ਵੀ ਜਿਹੜਾ ਪਹਿਲਾ ਵਿਸ਼ਰਾਮ ਕਿੱਥੇ ਲੱਗਣਾ, ਦੂਜਾ ਵਿਸ਼ਰਾਮ ਕਿੱਥੇ ਲੱਗਣਾ ਹੈ, ਤੇ ਉਹਦੇ ਵਿੱਚ ਕਿੰਨੀਆਂ ਲਗਾ ਮਾਤਰਾ ਹੋਣੀਆਂ ਚਾਹੀਦੀਆਂ। ਤੇ ਸਮਾਈ ਤੇ ਸਹਾਈ ਦੇ ਵਿੱਚ ਲਗਾ ਮਾਤਰਾ ਵੀ ਸੇਮ ਹੈ ਤੇ ਅੱਖਰ ਵੀ ਸੇਮ ਹੈ। ਇਸ ਕਰਕੇ ਇਹਦੇ ਨਾਲ ਕੋਈ ਤਬਦੀਲੀ ਨਹੀਂ ਆਉਂਦੀ। ਤੇ ਮੇਰਾ ਜੋ ਨਿੱਜੀ ਵਿਚਾਰ ਹੈ ਉਹ ਇਹੀ ਹੈ
ਵੀ ਸਾਨੂੰ ਸਹਾਈ ਨਾਲੋਂ ਜਿਹੜਾ ਸ਼ਬਦ ਸਮਾਈ ਹੈ ਉਹਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ, ਤੇ ਉਹ ਇੱਥੇ ਜ਼ਿਆਦਾ ਢੁਕਵਾਂ ਹੈ ਜੋ ਅੱਜ ਕੱਲ੍ਹ ਵਰਤਮਾਨ ਬੀੜਾਂ ਦੇ ਵਿੱਚ ਚੱਲ ਰਿਹਾ। ਤੇ ਜਿਹੜਾ ਇੱਕ ਬੀੜ ਨੰਬਰ 5 ਦਾ ਹਵਾਲਾ ਦਿੱਤਾ ਗਿਆ ਜੀ, ਵੀ ਬਾਕੀ ਬੀੜਾਂ ਦੇ ਵਿੱਚ ਸਮਾਈ ਹੈ, ਸਿਰਫ 1 ਨੰਬਰ ਬੀੜ ਦੇ ਵਿੱਚ ਜਿਹੜੀ 5 ਨੰਬਰ ਹੈ ਉਹਦੇ ਵਿੱਚ ਸਹਾਈ ਲਿਖਿਆ ਹੈ। ਕੀ ਅਸੀਂ ਇੱਕ ਬੀੜ ਨੂੰ ਮੰਨ ਕੇ ਤੇ ਬਾਕੀ ਬੀੜਾਂ ਜਿੰਨੀਆਂ ਵੀ ਹੈ 40 ਹੈ ਜਾਂ 50 ਕਾਫੀ ਬੀੜਾਂ ਉੱਤੇ ਨੰਬਰ ਆਉਂਦੇ ਆ, 50-55 ਤੱਕ ਨੰਬਰ ਲੱਗੇ ਹੋਏ ਆ, ਤੇ ਬਾਕੀ ਬੀੜਾਂ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ, ਕੇਵਲ ਇੱਕ ਬੀੜ ਨੂੰ ਸਹੀ ਮੰਨ ਕੇ। ਸੋ ਸਾਨੂੰ ਇਹਦੀ ਕਾਫੀ ਡੂੰਘੀ ਵਿਚਾਰ ਕਰ ਲੈਣੀ ਚਾਹੀਦੀ ਹੈ। ਤੇ ਇੱਥੇ ਜਿਹੜਾ ਮੇਰਾ ਨਿੱਜੀ ਵਿਚਾਰ ਆ ਵੀ ਸਮਾਈ ਜ਼ਿਆਦਾ ਢੁਕਵਾਂ ਹੈ ਸਹਾਈ ਨਾਲੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਦੱਸਿਆ ਕਿ ਸਮਾਈ ਜ਼ਿਆਦਾ ਢੁਕਵਾਂ ਹੈ ਸਹਾਈ ਨਾਲੋਂ, ਪਰ ਨਾਲ ਹੀ ਨਾਲ ਸਾਨੂੰ ਸਮਝਾਇਆ ਕਿ ਸਹਾਈ ਤੇ ਸਮਾਈ ਦੇ ਅਰਥ ਆਲਮੋਸਟ ਇੱਕੋ ਹੀ ਨੇ ਤੇ ਬਹੁਤਾ ਫਰਕ ਨਹੀਂ। ਪਰ ਫਿਰ ਵੀ ਧੰਨਵਾਦ ਹੈ ਆਪ ਜੀ ਦਾ, ਬੜੇ ਤੁਸੀਂ ਤਕਨੀਕੀ ਤਰੀਕੇ ਦੇ ਨਾਲ ਵੀ ਕਿ ਕਿਹੜੇ ਸਾਨੂੰ ਪੁਆਇੰਟ ਖਿਆਲ ਰੱਖਣ ਦੀ ਲੋੜ ਹੈ ਜੇ ਕਿਤੇ ਕੋਈ ਸ਼ੱਕ ਸ਼ੁਬਾ ਹੋ ਜਾਏ। ਤੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸੰਗਤ ਜੀ, ਜਿਸ ਵੇਲੇ ਬੀੜਾਂ ਪਦਛੇਦ ਹੋਈਆਂ ਨੇ ਜਾਂ ਉਸ ਤੋਂ ਜਿਸ ਵੇਲੇ ਛਾਪੇਖਾਨੇ ਇਜਾਦ ਹੋ ਗਏ, ਕਿਉਂਕਿ ਪਹਿਲੇ ਤਾਂ ਸਾਰੀਆਂ ਹੱਥ ਲਿਖਤ ਸਨ ਔਰ ਸਾਰੀਆਂ ਲੜੀਵਾਰ ਸਨ, ਫਿਰ ਪਦਛੇਦ ਵੀ ਹੋ ਗਏ ਤੇ ਛਾਪੇਖਾਨੇ ਵੀ ਆ ਗਏ। ਉਹਦੇ ਕਰਕੇ ਅਸੀਂ ਦੇਖਦੇ ਹਾਂ ਕਿ ਕਈ ਥਾਂ ਤੇ ਜਿਹੜੇ ਨੇ ਉਹ ਪ੍ਰਿੰਟਿੰਗ ਵਿੱਚ ਫਰਕ ਆਇਆ ਹੈ, ਜਿਹਦਾ ਧਿਆਨ ਦੇਣ ਦਾ ਬਾਕੀ ਬੜੀ ਜ਼ਰੂਰਤ ਹੈ। ਔਰ ਮੈਂ ਸੰਗਤ ਦਾ ਧੰਨਵਾਦੀ ਹਾਂ ਕਿ ਤੁਸੀਂ ਇਹਨਾਂ ਚੀਜ਼ਾਂ ਵੱਲ ਕਿੰਨਾ ਖਿਆਲ ਰੱਖਦੇ ਹੋ। ਲੋੜ ਹੈ, ਜਿੰਨਾ ਚਿਰ ਅਸੀਂ ਇੰਨੀ ਡੂੰਘਾਈ ਨਾਲ ਨਹੀਂ ਦੇਖਾਂਗੇ ਉਹ ਸਹੀ ਕੋਈ ਗਲਤ ਅਰਥ ਵੀ ਕਰ ਸਕਦੇ। ਤੋ ਖੈਰ, ਅੱਜ ਦਾ ਜਿਹੜਾ ਇਹ ਸਵਾਲ ਸੀਗਾ ਭੈਣ ਜੀ ਦਾ, ਸਾਕਿਬ ਸਿੰਘ ਨੇ ਬੜਾ ਸਪਸ਼ਟ ਕਰ ਦਿੱਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਆਸ ਰੱਖਦੇ ਹਾਂ ਕਿ ਸੰਗਤ ਨੂੰ ਵੀ ਇਹਦੇ ਤੇ ਤਸੱਲੀ ਹੋਏਗੀ। ਫਿਰ ਵੀ ਜੇ ਕਿਸੇ ਨੇ ਕੋਈ ਫੀਡਬੈਕ ਦੇਣੀ ਹੋਵੇ ਤੇ ਉਹ ਕਿਰਪਾ ਕਰਕੇ ਸਾਨੂੰ ਦੇ ਸਕਦੇ ਹੋ, ਹੁਣ ਗਰੁੱਪ ਚੈਟ ਦੇ ਸਕਦੇ ਹੋ ਜਾਂ ਬਾਅਦ ਵਿੱਚ ਗੱਲ ਕਰ ਸਕਦੇ ਹੋ। ਤੋ ਆਓ ਸੰਗਤ ਜੀ, ਆਪਾਂ ਅਗਲਾ ਸਵਾਲ ਜਿਹੜਾ ਹੈ ਉਹਦੇ ਵੱਲ ਚੱਲਦੇ ਹਾਂ। ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੇ ਜੋ ਨਿਰਮਲ ਪੰਥ ਚਲਾਇਆ, ਇਹਦੇ 'ਚ ਕਿਸੇ ਕਿਸਮ ਦੀ ਕੋਈ ਕਰਮਕਾਂਡ ਕੋਈ ਨਹੀਂ। ਔਰ ਸਗੋਂ ਜੇ ਆਪਾਂ ਠੰਡੇ ਦਿਮਾਗ ਨਾਲ ਦੇਖੀਏ ਤਾਂ ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ ਚਲਾਇਆ ਐਸਾ ਹੈ ਜਿਹੜਾ ਮਨੁੱਖ ਨੂੰ ਬਹੁਤ ਹੀ ਸਖੈਨ ਤਰੀਕੇ ਨਾਲ ਪ੍ਰਭੂ ਮਿਲਾਪ ਦੀ ਗੱਲ ਦੱਸਦਾ ਹੈ, ਜਿਹਦੇ 'ਚ ਕਿਸੇ ਕਿਸਮ ਦਾ ਕੋਈ ਖਰਚਾ ਨਹੀਂ ਹੈ, ਕੋਈ ਉਚੇਚ ਨਹੀਂ ਹੈ, ਕੋਈ ਕਰਮਕਾਂਡ ਨਹੀਂ ਹੈ। ਹਾਲਾਂਕਿ ਜਿਸ ਵੇਲੇ ਅਸੀਂ ਆਪਣੇ ਆਪ ਨੂੰ ਜਾਂ ਇਹਨਾਂ ਗੱਲਾਂ ਨੂੰ ਕੰਪੇਅਰ ਕਰਦੇ ਹਾਂ ਦੂਸਰੇ ਮਤਾਂ ਦੇ ਨਾਲ, ਤੇ ਉਹਦੇ 'ਚ ਬੜੀਆਂ ਪੇਚੀਦਾ ਗੱਲਾਂ ਵੀ ਹਨ, ਪਰ ਚਲੋ ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਮੁਬਾਰਕ ਨੇ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇੱਕ ਬੜਾ ਹੀ ਸਰਲ ਤਰੀਕਾ ਦੱਸਿਆ। ਤੋ ਅਗਰ ਫੇਰ ਵੀ ਅਸੀਂ ਦੇਖਾ ਦੇਖੀ ਕਰਕੇ ਜਾਂ ਆਪਣੀ ਅਣਗਹਿਲੀ ਕਰਕੇ ਕਰਮਕਾਂਡ ਜਾਂ ਹੋਰ ਕਈ ਗੱਲਾਂ ਆਪਣੇ ਵਿੱਚ ਲੈ ਆਈਏ ਤਾਂ ਉਹਦੀ ਸਾਡੀ ਗਲਤੀ ਹੈ। ਔਰ ਹਾਲਾਂਕਿ ਦੂਜੇ ਪਾਸੇ ਮੈਂ ਕਹਾਂਗਾ ਇਹ ਸਿਰਫ ਗਲਤੀ ਨਹੀਂ ਹੈ, ਇਹਦੇ 'ਚ ਕਈ ਵਾਰੀ ਬਹੁਤੀ ਵਾਰੀ ਇਹ ਵੀ ਹੈ ਕਿ ਉਹਨਾਂ ਕਰਮਕਾਂਡ ਵਰਗੀਆਂ ਗੱਲਾਂ ਵਿੱਚ ਫਸ ਕੇ ਅਸੀਂ ਆਪਣੇ ਜਿਹੜੀ ਮੁੱਖ ਧਾਰਾ ਹੈਗੀ, ਜਿਹੜੀ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਦੱਸੀ ਸੀ, ਉਹਦੇ ਤੋਂ ਪਰੇ ਹਟ ਜਾਂਦੇ ਹਾਂ ਤੇ ਫਿਰ ਗੱਲ ਨਹੀਂ ਬਣਦੀ। ਤੋ ਇਹੋ ਜਿਹਾ ਇੱਕ ਸਵਾਲ ਸਾਨੂੰ ਆਇਆ ਹੈ ਗੁਰਪ੍ਰੀਤ ਕੌਰ ਜੀ ਲੁਧਿਆਣਾ ਤੋਂ, ਉਹਨਾਂ ਨੇ ਕੀਤਾ ਵੀ ਕੀ ਗੁਰਦੁਆਰਾ ਸਾਹਿਬ ਵਿਖੇ ਜੋਤ ਜਗਾਈ ਜਾ ਸਕਦੀ ਹੈ। ਮੈਂ ਬੇਨਤੀ ਕਰ ਰਿਹਾ ਸਾਹ ਹਰਜੀਤ ਸਿੰਘ ਜੀ ਨੂੰ ਵੀ ਉਹ ਅਨਮਿਊਟ ਕਰ ਲਓ ਜੀ, ਔਰ ਇਹ ਦੱਸੋ ਕਿ ਸਵਾਲ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਜੋਤ ਜਗਾਈ ਜਾ ਸਕਦੀ ਹੈ ਕਿ ਨਹੀਂ। ਸਾਹ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਗੁਰਦੁਆਰਾ ਸਾਹਿਬ ਵਿੱਚ ਜੋਤ ਜਗਾਈ ਜਾ ਸਕਦੀ ਹੈ ਜਾਂ ਨਹੀਂ ਜਗਾ ਸਕਦੀ? ਸਵਾਲ ਬੜਾ ਸਿੰਪਲ ਹੈ, ਸੌਖਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਪੰਥ ਪਰਿਵਾਰਕ ਸਿੱਖ ਰਹਿਤ ਬਰੈਦਾ ਵਿੱਚ ਬਾਰ-ਬਾਰ ਜੋਤ ਦਾ ਜ਼ਿਕਰ ਵੀ ਆਇਆ, ਜ਼ਿਕਰ ਕੀਤਾ ਵੀ ਗਿਆ। ਪੰਥ ਪਰਿਵਾਰਕ ਸਿੱਖ ਰਹਿਤ ਬਰੈਦਾ ਜੋ 1945 ਦੇ ਵਿੱਚ ਤਿਆਰ ਕਰਕੇ ਸਾਡੀ ਝੋਲੀ ਵਿੱਚ ਪਾ ਦਿੱਤੀ ਗਈ, ਉਹਦੇ ਪੇਜ ਨੰਬਰ 9 ਦੇ ਉੱਤੇ ਗੁਰਦੁਆਰਾ ਸਰਲੇਖ ਦੇ ਸੱਸਾ ਮੱਧ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਕਿ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਤਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਇੱਥੋਂ ਇੱਕ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਇਹ ਕਰਮ ਜਿਹੜੇ ਹਨ ਗੁਰਮਤਿ ਅਨੁਸਾਰ ਨਹੀਂ। ਅਸੀਂ ਆਪ ਜੀ ਦੀ ਸਕਰੀਨ ਦੇ ਉੱਤੇ ਸਿੱਖ ਰਹਿਤ ਮਰਿਆਦਾ ਦਾ ਪੇਜ ਬਿਲਕੁਲ ਤੁਹਾਡੇ ਸਾਹਮਣੇ ਹੈ। ਪੇਜ ਮੱਧ ਨੰਬਰ 7 ਉੱਪਰ ਦੱਸੇ ਸਮਾਨ ਤੋਂ ਇਲਾਵਾ ਪਹਿਲਾਂ ਗੁਰਦੁਆਰਾ ਸਰਲੇਖ ਵਿੱਚ ਕੀ ਚਾਹੀਦਾ ਹੈ
ਗੁਰਦੁਆਰੇ ਪ੍ਰਕਾਸ਼ ਕਿਸ ਤਰ੍ਹਾਂ ਕਰਨਾ, ਉਹ ਸਾਰੀ ਪਰੰਪਰਾ, ਸਾਰੀ ਮਰਿਆਦਾ ਦੱਸ ਕੇ ਫਿਰ ਇਹ ਗੱਲ ਸਮਝਾ ਦਿੱਤੀ ਕਿ ਉੱਪਰ ਦੱਸੇ ਸਮਾਨ ਤੋਂ ਇਲਾਵਾ ਧੂਪ ਜਾਂ ਦੀਵੇ ਬੁਝਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਤਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੀ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਰਜਿਤ ਨਹੀਂ। ਕਮਰੇ ਅੰਦਰ ਰੋਸ਼ਨੀ ਦੀ ਤੇਲ, ਘੀ ਜਾਂ ਮੋਮਬੱਤੀ, ਬਿਜਲੀ ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ। ਇਹ ਸਾਰਾ ਮਤਲਬ ਇਹ ਹੋ ਗਿਆ ਕਿ ਜੋਤ ਦਾ ਸੰਬੰਧ ਰੋਸ਼ਨੀ ਨਾਲ ਹੈ। ਜੋਤ ਦਾ ਅਰਥ ਵੀ ਜੋਤੀ ਲਫ਼ਜ਼ ਤੋਂ ਬਣਿਆ, ਜਿਹਦਾ ਅਰਥ ਰੋਸ਼ਨੀ ਹੈ, ਚਾਨਣ ਹੈ। ਜਦੋਂ ਗੁਰੂ ਕਾਲ ਵੇਲੇ ਬਿਜਲੀ ਦਾ, ਇਲੈਕਟ੍ਰਿਸਿਟੀ ਦਾ ਪ੍ਰਬੰਧ ਨਹੀਂ ਸੀ ਤਾਂ ਉਦੋਂ ਲੈਂਪ ਜਾਂ ਇਹ ਜੋ ਚੀਜ਼ਾਂ ਜਗਾਈਆਂ ਜਾਂਦੀਆਂ ਸਨ। ਉਸ ਤੋਂ ਬਾਅਦ ਹੱਥ ਗੰਦੇ ਨਾ ਹੋ ਜਾਣ, ਉਹਨਾਂ ਚੋਂ ਬਦਬੂ ਨਾ ਆ ਜਾਏ, ਤਾਂ ਉਹ ਘਿਓ ਦੇ ਦੀਵੇ ਜਿਹੜੇ ਸਨ ਉਹ ਬਣ ਗਏ। ਹੌਲੀ ਹੌਲੀ ਉਹ ਘਿਓ ਦਾ ਦੀਵਾ ਇਹਨੇ ਐਸਾ ਰੂਪ ਧਾਰਨ ਕੀਤਾ ਕਿ ਉਹ ਜੋਤ ਦਾ ਜੋ ਦੂਜੇ ਮੱਤਾਂ ਵਿੱਚ ਜਗਾਈ ਜਾਂਦੀ ਸੀ, ਉਹਨਾਂ ਦਾ ਹੀ ਇੱਕ ਰੂਪ ਜਿਹਾ ਸਾਡੇ ਅੰਦਰ ਬਣ ਗਿਆ। ਪਰ ਸਾਨੂੰ ਗੁਰਬਾਣੀ ਨੇ ਬੜਾ ਸਪਸ਼ਟ ਹਦਾਇਤ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸੀਂ ਪੜ੍ਹਦੇ ਹਾਂ, ਉਹਦੇ 'ਚ ਵੀ ਬੜੀ ਕਲੀਅਰ ਹਦਾਇਤ ਕੀਤੀ ਹੋਈ ਹੈ ਕਿ ਧੂਪ, ਦੀਪ ਜਾਂ ਹੋਰ ਚੀਜ਼ਾਂ ਦੇ ਜੋਤ ਜਿਹੜੀ ਹੈ ਉਹਦੇ ਨਾਲੋਂ ਆਪਣੇ ਅੰਦਰ ਜਿਹੜੀ ਜੋਤ ਹੈ ਉਹ ਸ਼ਬਦ ਦੀ ਜੋਤ ਜਗਾਈ ਜਾਏ। ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਰਾਗ ਬਿਲਾਵਲ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 821 ਤੇ ਆਉਂਦਾ ਹੈ, ਕਹਿੰਦੇ ਨੇ, ਭੋਲਿਆ ਬਾਹਰਲੀਆਂ ਜੋਤਾਂ ਜਗਾਉਣ ਦਾ ਕੀ ਲਾਭ ਹੈ? ਤੈਨੂੰ ਸਤਿਗੁਰੂ ਦੇ ਸ਼ਬਦ ਦੇ ਜਗਦੇ ਹੋਏ ਜੋਤ ਦਾ ਵਿਸ਼ਵਾਸ ਨਹੀਂ ਆਇਆ? ਉਹ ਤਾਂ ਜਗਦਾ ਹੋਇਆ ਦੀਪਕ ਹੈ। ਜਦੋਂ ਦੀਪਕ ਬਲਦਾ ਹੈ ਉਦੋਂ ਰੋਸ਼ਨੀ ਹੁੰਦੀ ਹੈ, ਉਦੋਂ ਚਾਨਣ ਹੁੰਦਾ ਹੈ। ਦੀਵਾ ਬਲੇ ਹਨੇਰਾ ਜਾਏ ਦੀ ਗੱਲ ਗੁਰਬਾਣੀ ਨੇ ਕੀਤੀ ਹੈ। ਗੁਰੂ ਪਾਤਸ਼ਾਹ ਜੀ ਨੇ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੱਲ ਸਮਝਾ ਦਿੱਤੀ, ਕਹਿੰਦੇ ਭਲੇ ਦੇਖ, ਸਤਿਗੁਰੂ ਦਾ ਸ਼ਬਦ ਜਗਦਾ ਹੋਇਆ ਦੀਵਾ ਹੈ, ਬਾਹਰਲੀਆਂ ਰੋਸ਼ਨੀਆਂ, ਬਾਹਰਲੀਆਂ ਲਾਈਟਾਂ ਦਾ ਫਰਕ ਨਹੀਂ ਪੈਣਾ। ਉਹ ਜਿਹੜਾ ਦੀਵਾ ਹੈ, ਇਹ ਜੋਤਾਂ ਦਾ ਦੀਵਾ ਜਾਂ ਘਿਓ ਦੇ ਦੀਵੇ, ਇਹ ਤਾਂ ਤੈਨੂੰ ਬਾਹਰ ਦੀ ਰੋਸ਼ਨੀ ਦੇਣਗੇ, ਪਰ ਜਦ ਤੱਕ ਅੰਦਰ ਰੋਸ਼ਨੀ ਨਹੀਂ ਹੁੰਦੀ ਉਦੋਂ ਤੱਕ ਤੂੰ ਗਿਆਨ ਹਾਸਲ ਨਹੀਂ ਕਰ ਸਕਦਾ। ਪਰ ਜਦੋਂ ਸ਼ਬਦ ਦਾ ਦੀਵਾ ਜਗ ਜਾਏਗਾ ਉਦੋਂ ਇਸ ਹਨੇਰ ਕੋਠੜੀ ਵਿੱਚੋਂ ਵੀ ਰਤਨ ਜਵਾਹਰ ਮਾਨਕ ਲੱਭ ਪੈਣਗੇ। ਭਾਵ ਨਾਮ ਰੂਪੀ ਰਤਨ ਜਿਹੜੇ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ ਦੀ ਗੱਲ ਗੁਰਬਾਣੀ ਨੇ ਲਿਖੀ ਹੈ ਜਾਂ ਪਬਾਣੀ ਵੀ ਲਿਖੀ ਹੈ, ਸਪਸ਼ਟ ਤੌਰ ਤੇ ਤੈਨੂੰ ਦੀਦਾਰ ਹੋਣਗੇ। ਸਤਿਗੁਰੂ ਮਹਾਰਾਜ ਨੇ ਉਸ ਸ਼ਬਦ ਦੇ ਵਿੱਚ ਬੜੇ ਹੀ ਕਮਾਲ ਦੀਆਂ ਗੱਲਾਂ ਸਾਡੀ ਝੋਲੀ ਵਿੱਚ ਪਾਈਆਂ ਵੀ ਦੇਖ, ਇਸ ਮਨ ਮੰਦਰ ਵਿੱਚ ਗੁਰੂ ਸ਼ਬਦ ਦੇ ਦੀਵੇ ਦੀ ਰੋਸ਼ਨੀ ਕਰ, ਉਹਦੀ ਜੋਤ ਜਗਾ। ਜਦੋਂ ਉਸ ਮਨ ਮੰਦਰ ਵਿੱਚ ਉਹ ਜੋਤ ਜਗੇਗੀ ਸ਼ਬਦ ਦੀ, ਤਾਂ ਤੈਨੂੰ ਗੁਣਾਂ ਦੇ ਰਤਨਾਂ ਦੀ ਜਿਹੜੀ ਬੱਝੀ ਹੋਈ ਕੋਠੜੀ ਹੈ ਉਹ ਖੁੱਲ ਜਾਏਗੀ, ਜਿਹਦੀ ਬਰਕਤ ਨਾਲ ਤੈਨੂੰ ਉਸ ਵਿੱਚੋਂ ਅੰਦਰਲੇ ਹਨੇਰੇ ਦਾ ਨਾਸ਼ ਹੋ ਜਾਏਗਾ, ਹਨੇਰਾ ਦੂਰ ਹੋ ਜਾਏਗਾ। ਗੁਰੂ ਸ਼ਬਦ ਦੇ ਦੀਵੇ ਦੇ ਚਾਨਣ ਦੇ ਅੰਦਰ ਪ੍ਰਭੂ ਦਾ ਦੀਦਾਰ ਹੁੰਦਾ ਜਦੋਂ ਗੁਰੂ ਸ਼ਬਦ ਦਾ ਦੀਵਾ ਜਲਦਾ ਹੈ। ਬਾਹਰਲਾ ਜੀਵਾ ਜਾਂ ਬਾਹਰਲੀ ਜੋਤ ਤਾਂ ਕੇਵਲ ਰੋਸ਼ਨੀ ਲਈ ਹੈ। ਜਦੋਂ ਉਹ ਸ਼ਬਦ ਦਾ ਦੀਵਾ ਜਗਦਾ, ਫਿਰ ਅੰਦਰੋਂ ਮੇਰ ਤੇਰ ਦੀਆਂ ਭਾਵਨਾਵਾਂ ਸਭ ਮੁੱਕ ਜਾਂਦੀਆਂ ਹਨ। ਨਾ ਕੋ ਦੁਸ਼ਮਣ ਦੁਖੀਆ, ਨਾ ਹੀ ਕੋ ਮੰਦਾ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ ਦੀ ਵਿਚਾਰ ਬਣ ਜਾਂਦੀ ਹੈ। ਮੋਹ ਦੇ ਝੁੰਝੇ ਮੁੱਕ ਜਾਂਦੇ ਹਨ। ਜਿਹੜੇ ਮੋਹ ਦੇ ਬੰਦੇ ਹੋਏ ਬੰਝਣ ਹਨ, ਸੰਗਲ ਹਨ, ਉੱਠ ਉੱਠ ਖੁੱਲ ਜਾਂਦੇ। ਫਿਰ ਉਹ ਇੱਕ ਐਸਾ ਸ਼ਬਦ ਹੈ, ਐਸਾ ਸ਼ਬਦ ਹੈ, ਐਸਾ ਦੀਵਾ ਹੈ, ਜਿਸ ਦੀਵੇ ਦੇ ਨਾਲ ਮਨੁੱਖ ਨੂੰ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਹੋਣ ਦਾ ਢੰਗ ਪਤਾ ਲੱਗ ਜਾਂਦਾ ਹੈ। ਵੀ ਸ਼ਬਦ ਦਾ ਜਦੋਂ ਦੀਵਾ ਮਨ ਅੰਦਰ ਜਗਦਾ ਹੈ, ਅੰਦਰੋਂ ਮੈਂ ਮੇਰੀ ਦੀਆਂ ਗੱਲਾਂ ਵੀ ਖਤਮ ਹੋ ਜਾਂਦੀਆਂ। ਮੈਂ ਹਾਂ, ਮੈਂ ਵੱਡਾ ਹਾਂ, ਮੈਂ ਛੋਟਾ ਹਾਂ, ਜਿਹਨਾਂ ਸਾਡੇ ਪ੍ਰਮਾਤਮਾ ਨਾਲ ਵਿਥ ਬਣੀ ਹੋਈ ਹੈ, ਉਹ ਸਾਰੀ ਵਿਥ ਖਤਮ ਹੋ ਜਾਂਦੀ ਹੈ। ਸਗੋਂ ਉਸ ਵਾਹਿਗੁਰੂ ਦੇ ਹਰ ਹਿਰਦੇ ਵਿੱਚ ਵਸੇ ਹੁੰਦਾ ਹੈ, ਉਸ ਜੋਤ ਦਾ ਪਤਾ ਲੱਗ ਜਾਂਦਾ ਹੈ, ਜਿਹੜੀ ਜੋਤ ਹਰ ਹਿਰਦੇ ਵਿੱਚ ਜਗਦੀ ਹੋਈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਤੇ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜਦੋਂ ਜੋਤ ਪ੍ਰਗਟ ਹੁੰਦੀ ਹੈ ਉਦੋਂ ਮੈਂ ਵਾਲੀ ਬਿਰਤੀ ਮੁੱਕ ਜਾਂਦੀ ਹੈ। ਹਰ ਵਿੱਚ ਉਦੋਂ ਪਰਮੇਸ਼ਰ ਵਸਦਾ ਨਜ਼ਰ ਆਉਂਦਾ ਹੈ। ਜਦੋਂ ਗੁਰੂ ਦੇ ਸ਼ਬਦ ਦੇ ਦੀਵੇ ਦੇ ਨਾਲ ਇਸ ਮਨ ਮੰਦਰ ਦੇ ਵਿੱਚ ਆਤਮਿਕ ਜੀਵਨ ਦੀ ਰੋਸ਼ਨੀ ਹੁੰਦੀ ਹੈ, ਫਿਰ ਪਰਮਾਤਮਾ ਸਰਵ ਵਿਆਪਕ ਹਰ ਥਾਂ ਵਸਿਆ ਹੋਇਆ ਨਜ਼ਰ ਆਉਂਦਾ ਹੈ। ਕੁਦਰਤ ਵਿੱਚ ਕਾਦਰ ਵਸਿਆ ਹੋਇਆ ਨਜ਼ਰ ਆਉਂਦਾ ਹੈ। ਹਰ ਥਾਂ ਤੇ ਉਸ ਪਰਮਾਤਮਾ ਦੇ ਜੋਤ ਦੀ ਪਸਾਰੇ ਦਾ ਪਤਾ ਲੱਗ ਜਾਂਦਾ ਹੈ। ਜਦੋਂ ਉਸ ਸ਼ਬਦ ਦੇ ਦੀਵੇ ਦਾ ਪ੍ਰਕਾਸ਼ ਹੁੰਦਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐਸਾ ਆਨੰਦ ਆਉਂਦਾ ਹੈ, ਐਸਾ ਖੇੜਾ ਬਣਦਾ ਹੈ, ਜਿਸ ਖੇੜੇ ਦਾ ਕਦੀ ਸ਼ਬਦਾਂ 'ਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ।
ਬਾਹਰ ਦੀ ਜੋਤ ਕੇਵਲ ਰੋਸ਼ਨੀ ਟੈਂਪਰੇਰੀ, ਜਦੋਂ ਸਾਧਨ ਨਹੀਂ ਸੀ ਉਦੋਂ ਇਹ ਜੋਤ ਜਗਾਈ ਗਈ, ਪਰ ਐਸਾ ਰਿਵਾਜ ਬਣਿਆ ਅੱਜ ਤੱਕ ਵੀ ਸਾਡੇ ਗੱਲ ਤੋਂ ਇਹ ਲੱਥੀ ਨਾ। ਗੁਰੂ ਪਾਤਸ਼ਾਹ ਤਾਂ ਕਹਿੰਦੇ ਨੇ ਸਤਿਗੁਰ ਸ਼ਬਦ ਉਦਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਬਿਸਮਨ ਬਿਸਮ ਭੇ ਜੋ ਪੇਖਿਓ ਕਹਿ ਨਾ ਜਾਏ ਵਡਿਆਈ, ਮਗਰ ਪੇ ਉਹ ਸੰਗ ਮਾਤੇ ओत पोत लिटाई, आल जाल नहीं कछु जंजारा, अहंग बद नहीं पोरा, ऊंचन ऊंचा बीच न खींचा हो तेरा तू मोरा, एक अंकार एक पसारा एक के अपरपारा, एक विस्तीरन एक स्पूरन एक के प्राण अधारा, निर्मल निर्मल सूचा सूचो सूचा सूचो सूचा, अंत ना अंता सदा ज्ञानता कहो नानक ऊंचा ऊंचा। यह है दीवा जिहदी रोशनी सानू करन दी लोड़ है। अंदर इंसानियत विच परमात्मा दी वसदी हुई जोत नूं वेखी। असल जोत वो है जदों वो जोत साडे अंदर जगदी है, आत्मक गुणां दे खजानिਆਂ दे नाल सानू रोशनी मिल जाती है। पंथ प्रवान सिख रहत मर्यादा विच भी ये गल स्पष्ट कर दी गई, पर इन्ने स्पष्ट आदेश होने के बावजूद भी तकलीफ इस गल की है कि जिहड़े केंद्री अस्थानां दे उत्तों सानू गुरमत की सेध मिलनी चाहिए सी, गुरमत गाड़ी राह असीं सिखना चाहिए सी, ਅੱਜ ਉਹਨਾਂ ਸਥਾਨਾਂ ਦੇ ਉੱਤੇ ਵੀ ਦੀਵੇ ਬਾਲੇ ਜਾ ਰਹੇ ਹਨ। ਬਹੁਤ ਹੀ ਇਹ ਦੁਖਦਾਈ ਜਾਂ ਤਕਲੀਫ ਦੀ ਗੱਲ ਹੈ ਕਿ ਅਸੀਂ ਜਦੋਂ ਕਹਿੰਦੇ ਕਾਬੇ ਕੁਫਰ ਕਾਬੇ ਚ ਉੱਠਦਾ ਹੈ ਤੇ ਫਿਰ ਰੱਬ ਦਾ ਕੌਣ ਰੱਖਦਾ। ਜੇ ਇਹ ਗੱਲਾਂ ਸਾਡੇ ਕੇਂਦਰੀ ਸਥਾਨਾਂ ਤੇ ਵਾਪਰਨਗੀਆਂ ਤੇ ਕੌਮ ਵੀ ਸਾਡੀ ਸੇਧ ਨਹੀਂ ਰਹਿ ਸਕਦੀ। ਲੋੜ ਹੈ ਸਿੱਖ ਰਹਿਤ ਮਰਿਆਦਾ ਨੂੰ ਸੀਨਾ ਵਸੀਨਾ ਪਹਿਲਾਂ ਕੇਂਦਰੀ ਸਥਾਨਾਂ ਤੇ ਲਾਗੂ ਕਰ ਲਈਏ, ਫਿਰ ਦੂਜੇ ਗੁਰਦੁਆਰਿਆਂ ਵਿੱਚ ਜਾ ਕੇ ਉਹਦੇ ਬਾਰੇ ਜੋਤ ਬਾਰੇ ਜਾਣਕਾਰੀ ਦਈਏ ਔਰ ਇਹ ਐਲਾਨ ਕੀਤਾ ਜਾਵੇ कि किसी भी गुरुद्वारे में जोत जड़ी है वो नहीं जगाई जा सकती। सिख रहत मर्यादा अनुसार केवल तक केवल गुरु शब्द की जोत ही साडे लई असल जोत है। वाहिगुरू जी का खालसा, वाहिगुरू जी की फतेह। सिख रहत मर्यादा होवे या गुरु ग्रंथ साहब जी दी विचार होवे, इस गल नूं किते भी इजाजत नहीं दिंदी कि असीं जोतां जगाणीਆਂ। बड़े स्पष्ट तौर ते साह हरजीत सिंह जी ने रहत मर्यादा नूं डिस्पले करके उन्होंने एक्सप्लेन किया। पर जिस तरह उन्होंने भी किया है कि समस्या ये है कि जिहड़े SGPC के कंट्रोल वाले गुरुद्वारे ने कुछ उन्हां विच भी जिहड़े तख्त बाहर ने पटना साहब या हजूर साहब उत्थे ते बड़ा कुछ हो रहा है, पर ये जिहड़े गुरुद्वारे SGPC के अंडर ने उन्हां विच भी बकायदा जोत जगाउणी और कई तो गुरुद्वारे ऐसे ने भी उत्थे लाइनां लगियां होंदियां जोत जगाउण वाले, समा नहीं आउंदा। तो क्या उन्होंने पता नहीं है? पता सब कुछ है, परंतु जब दी वोटां की राजनीति आ गई साडे धर्म दे विच, इन्हें बहुत सारा काम तहस नहस कर दिता। पर लोड़ है साध संगत जी कि असीं अपना विवेक खुला रखी, असीं घट्टो घट सानू पता होना चाहिए कि ये गल ठीक नहीं है तो असीं ना करिए, या जिहड़े साडे आले दुआले ने जिथे तक साडी आवाज़ जा सकदी है उन्हां नूं आखी पाई ये गल जिहड़ी है गुरमत दे विरुद्ध। तो बाकी जिहड़े संप्रदायी डेरेदार ने वो तो इन्हां गल्लां नूं प्रमोट करते हैं। उन्हां नाल कई बार गल भी होई है तो बड़ियां पुठियां सीधियां दलीलां दे के नहीं जी ये तो बड़ी जरूरी है जी, इहनूं कौन बंद कर सकदा जी, कईयां बाबियां दे विच नां लैंदे ने। चलो मैं उधर नहीं जांदा, पर तुसीं देखो सिर्फ जोत जगाउण दी रोज़ की गल नहीं, जिहड़ी हुण ते रिवाज ही चल पिया भी गुरपुरब होण या दिवाली होवे तां एक या दो चार दीवे नहीं जिहड़े को लोड़, हुण तां लोड़ ही नहीं। जिवें वीर जी ने दस्सिया बिजली है बड़ी सोहनी है, परंतु तुसीं होर गल छड्डो, दरबार साहब अमृतसर विखे मेरे ख्याल हज़ारां दी तादाद विच मोमबत्तियां ते दीवे जगाए जांदे, वो किन्नी पोल्यूशन करदे ने जां उन्हां दी कोई लोड़ है, पता नहीं क्यों नहीं समझ आउंदी। ना ते संगत समझ रही है ते ना प्रबंधक समझ रहे हैं। तो ये साडे मन की कल्पना है, सतगुरु कृपा करन बई ये कल्पना साडी दूर होवे तां ही हो सकदी है जिस वेले असीं सही रस्ते ते चलांगे। तो लोड़ है ये कर्मकांडी जिहड़ियां चीज़ां ने जिन्हां तो गुरु नानक पातशाह जी ने सानूं निजात दवाई सी, ना ही रखिया भाई गुरदास ने कि नानक निर्मल पंथ लाया। निर्मल पंथ जिहड़ा है उहदे अनुयायी हो के असीं जे आंढियां गुआंढियां वर्गियां रीसां करांगे तां साडे तो मैं समझदा भी माड़ी गल कोई नहीं। तो सतगुरु कृपा करन असीं साडे विवेक दे दरवाजे खोलन कि ठीक है कि गलत है, मर्यादा अनुसार या गुरु ग्रंथ साहिब दी विचारधारा अनुसार उहदे मुताबिक चलीए। शाह हरजीत सिंह का बहुत बहुत धन्यवाद। तो संगत जी साहब मनप्रीत सिंह ने यह सवाल किया सी कि गुरु ग्रंथ साहब विच विरोधी पास है, ये मतलब काफ़ी बारी जुड़ते हैं साडा साहब मनप्रीत सिंह जी यूके तो ने
ਉਹਨਾਂ ਦਾ ਸਵਾਲ ਸੀਗਾ। तो उत्तर ਤਾਂ ਇਹ ਹੈ ਜੀ ਵੀ ਬਿਲਕੁਲ ਨਹੀਂ, ਗੁਰੂ ਗ੍ਰੰਥ ਸਾਹਿਬ 'ਚ ਕੋਈ ਵਿਰੋਧੀ ਪਾਸ ਨਾ ਹੋ ਸਕਦਾ, ਨਾ ਹੀ ਹੋਣ ਦੀ ਕੋਈ ਮਤਲਬ ਗੁੰਜਾਇਸ਼ ਹੈ ਤੇ ਨਾ ਹੀ ਹੈ। ਤੇ ਉਹਨਾਂ ਦੇ ਮਨ 'ਚ ਕਿਉਂ ਆਇਆ, ਇਸ ਲਈ ਉਹਨਾਂ ਨੂੰ ਬੇਨਤੀ ਹੈ, ਜਾਂ ਜੇ ਕਿਸੇ ਹੋਰ ਦੇ ਮਨ 'ਚ ਵੀ ਐਸਾ ਖਿਆਲ ਕਦੀ ਆਵੇ ਤਾਂ ਉਹ ਕਿਰਪਾ ਕਰਕੇ ਜਿਹੜੇ ਉਹਨਾਂ ਨੂੰ ਕੋਈ ਐਸੇ ਸ਼ਬਦ ਲੱਭਦੇ ਨੇ ਜਿਹੜਾ ਉਹਨਾਂ ਦੀ ਸੋਚ ਮੁਤਾਬਕ ਵਿਰੋਧੀ ਪਾਸ ਹੋ ਸਕਦੇ ਨੇ, ਉਹ ਕਿਰਪਾ ਕਰਕੇ ਸਾਨੂੰ ਲਿਖ ਕੇ ਭੇਜਣ। ਜਿੰਨਾ ਚਿਰ ਸ਼ਬਦ ਸਾਹਮਣੇ ਨਹੀਂ ਗਏ ਉਹਨਾਂ ਨੂੰ ਆਪਸ ਕੰਪੇਅਰ ਨਹੀਂ ਕਰ ਸਕਦੇ, ਅਸੀਂ ਉੱਤਰ ਉਹਦਾ ਕੀ ਦੇ ਸਕਦੇ ਹਾਂ। ਤੇ ਪਰ ਹਾਂ, ਇੱਕ ਗੱਲ ਬੜੀ ਫਾਰਮਲੀ ਕਹਿ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਰੋਧੀ ਪਾਸ ਨਹੀਂ ਹੈ। ਤੋ ਮੈਂ ਹੁਣ ਬੇਨਤੀ ਕਰ ਰਿਹਾ ਕਿ ਅਗਲੇ ਸਵਾਲ ਲਈ ਆਪਾਂ ਸ਼ੁਰੂ ਕਰਨਾ। ਅਗਲਾ ਸਵਾਲ ਜਿਹੜਾ ਹੈ ਉਹ ਹੈ, ਸਾਨੂੰ ਆਇਆ ਵੀ ਕਿ ਸਹਿਜ ਕਿਰਤੀ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਆਪਾਂ ਸਹਿਜ ਪਾਠ ਕਰਦੇ ਹਾਂ ਤੇ ਪੰਨਾ 1352 ਤੇ ਪਹੁੰਚਦੇ ਹਾਂ ਤੇ ਉੱਥੇ ਸਹਿਜ ਕਿਰਤੀ ਸਿਰਲੇਖ ਦੇ ਨਾਲ ਸ਼ਬਦ ਜਿਹੜੇ ਨੇ ਸ਼ੁਰੂ ਹੁੰਦੇ ਨੇ। ਤੋ ਸਵਾਲ ਕਰਤਾ ਨੇ ਪੁੱਛਿਆ ਵੀ ਸਹਿਜ ਕਿਰਤੀ ਜਿਹੜਾ ਸ਼ਬਦ ਹੈ ਇਹਦਾ ਅਰਥ ਕੀ ਹੈ। ਸਾਹਿਬ ਪ੍ਰਭ ਕੀਰਤਨ ਸਿੰਘ ਜੀ ਕਿਰਪਾ ਕਰੋ, ਅਨਮਿਊਟ ਕਰ ਲਓ ਔਰ ਸਾਨੂੰ ਇਹਦੇ ਬਾਰੇ ਚਾਨਣਾ ਪਾਓ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕੀ ਫਤਿਹ ਜੀ। ਸੰਸਕ੍ਰਿਤੀ ਇੱਕ ਭਾਸ਼ਾ ਦਾ ਨਾਮ ਹੈ ਜੀ, ਔਰ ਸੰਸਕ੍ਰਿਤੀ ਇੱਕ ਅਜਿਹੀ ਭਾਸ਼ਾ ਹੈ ਜਿਹਦੇ ਵਿੱਚ ਸੰਸਕ੍ਰਿਤ, ਪਾਲੀ ਤੇ ਪ੍ਰਾਕਿਰਤ ਦਾ ਮਿਸ਼ਰਣ ਹੈ। ਔਰ ਗਾਥਾ ਵੀ ਇੱਕ ਅਜਿਹੀ ਭਾਸ਼ਾ ਹੈ ਜਿਹਦੇ ਵਿੱਚ ਸੰਸਕ੍ਰਿਤ ਤੇ ਪਾਲੀ ਤੇ ਕੁਝ ਹੋਰ ਭਾਸ਼ਾਵਾਂ ਦਾ ਵੀ ਮਿਸ਼ਰਣ ਦੱਸਿਆ ਜਾਂਦਾ ਹੈ। ਭਾਵੇਂ ਸਵਾਲ ਤੇ ਸੰਸਕ੍ਰਿਤੀ ਦੇ ਬਾਰੇ ਆ, ਪਰ ਇਹ ਦੋਵੇਂ ਰਿਲੇਟਡ ਹੀ ਕੁਐਸਚਨ ਹਨ। ਦੋਵੇਂ ਭਾਸ਼ਾਵਾਂ ਦਾ ਆਪਸ ਵਿੱਚ ਇੱਕ ਰਿਸ਼ਤਾ ਹੈ, ਕਿਉਂਕਿ ਦੋਨੋਂ ਭਾਸ਼ਾਵਾਂ ਕਈ ਭਾਸ਼ਾਵਾਂ ਦੇ ਮਿਸ਼ਰਣ ਤੋਂ ਬਣੀਆਂ ਹਨ। ਤੋ ਦਾਸ ਨੇ ਗੁਸਤਾਖੀ ਕੀਤੀ ਹੈ ਕਿ ਦੋਨਾਂ ਨੂੰ ਇਕੱਠਿਆਂ ਹੀ ਮੈਂ ਲੈਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਕਲੈਰਿਟੀ ਕੁਝ ਹੋਰ ਹੋ ਜਾਏ। ਤੋ ਇਹ ਗਾਥਾ ਦਾ ਜੋ ਸ਼ਬਦ ਦਾ ਅਰਥ ਹੈ, ਇਹ ਕਵਿਤਾ ਵਾਸਤੇ ਜਾਂ ਕਹਾਣੀ ਵਾਸਤੇ ਕਿਹਾ ਜਾਂਦਾ ਹੈ, ਜਿਹੜੀ ਕਹਾਣੀ ਕਵਿਤਾ ਰੂਪ ਦੇ ਵਿੱਚ ਕੀਤੀ ਜਾਂਦੀ ਹੈ। ਔਰ ਅਸੀਂ ਸਹਿਜੇ ਹੀ ਦੇਖ ਸਕਦੇ ਹਾਂ ਕਿ ਜਿਹੜੇ ਵਿਦਵਾਨਾਂ ਨੇ ਵਿਆਕਰਨ ਨੂੰ ਬੜੀ ਕਰੜੀ ਪਕੜ ਦੇ ਕੇ ਤੇ ਸੰਸਕ੍ਰਿਤ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ, ਤਾਂ ਜਦੋਂ ਸੰਸਕ੍ਰਿਤ ਜਾਣਨ ਵਾਲੇ ਆਮ ਬੋਲੀਆਂ ਦੇ ਵਿੱਚ ਵਿਚਰਦੇ ਸਨ, ਸਾਹਿਤ ਲਿਖਦੇ ਸਨ ਜਾਂ ਬੋਲਦੇ ਸਨ, ਤਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਆਮ ਬੋਲੀਆਂ ਜਿਹੜੀਆਂ ਨੇ ਉਹ ਰਲ ਜਾਂਦੀਆਂ ਸਨ। ਤੇ ਇਹ ਇਸ ਤਰ੍ਹਾਂ ਇਹ ਮਿਸ਼ਰਤ ਭਾਸ਼ਾਵਾਂ ਜਿਹੜੀਆਂ ਨੇ ਉਹ ਹੋਂਦੇ 'ਚ ਆ ਗਈਆਂ, ਔਰ ਵੱਖੋ ਵੱਖਰੇ ਕੰਮਾਂ ਦੇ ਵਾਸਤੇ ਇਹਨਾਂ ਭਾਸ਼ਾਵਾਂ ਦੀ ਵਰਤੋਂ ਹੋਣ ਲੱਗੀ। ਤੋ ਸੰਸਕ੍ਰਿਤੀ ਵੀ ਇੱਕ ਮਿਸ਼ਰਤ ਭਾਸ਼ਾ ਹੈ ਜਿਹਦੇ ਵਿੱਚ ਪਾਲੀ ਤੇ ਪ੍ਰਾਕਿਰਤ ਦਾ ਸੰਸਕ੍ਰਿਤ ਦੇ ਨਾਲ ਮਿਸ਼ਰਣ ਹੈ। ਤੇ ਗਾਥਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ 2-3 ਭਾਸ਼ਾਵਾਂ ਦਾ ਮਿਸ਼ਰਣ ਹੈ। ਤੇ ਇਹਨਾਂ ਦੀ ਜਿਹੜੀ ਵਰਤੋਂ ਹੈ ਉਹ ਕਵਿਤਾ ਕਰਨ ਵਾਸਤੇ ਹੁੰਦੀ ਸੀ ਔਰ ਖਾਸ ਪਰਪਸਿਸ ਵਾਸਤੇ ਹੁੰਦੀ ਸੀ। ਜਿਵੇਂ ਗਾਥਾ ਜਿਹੜੀ ਹੈ ਇਹ ਭਾਸ਼ਾ ਵਰਤੀ ਜਾਂਦੀ ਸੀ ਕਹਾਣੀਆਂ ਲਿਖਣ ਲਈ, ਲੋਕਾਂ ਦੀ ਉਸਤਤ ਲਿਖਣ ਲਈ, ਔਰ ਜਿਵੇਂ ਅਸੀਂ ਸੋਹਲੇ ਗਾਉਂਦੇ ਹਾਂ, ਰਾਜਿਆਂ ਦੇ ਜਿਹੜੇ ਕਵੀ ਹੁੰਦੇ ਸਨ ਜਾਂ ਇਸ ਤਰ੍ਹਾਂ ਦੇ ਜਿਹੜੇ ਰਚਨਾਵਾਂ ਹੁੰਦੀਆਂ ਸੀ, ਉਹਨਾਂ ਵਾਸਤੇ ਗਾਥਾ ਸ਼ਬਦ ਜਿਹੜੀ ਹੈ ਇਹ ਭਾਸ਼ਾ ਜਿਹੜੀ ਹੈ ਵਰਤੀ ਜਾਂਦੀ ਸੀ। ਔਰ ਇਹ ਟ੍ਰੈਡੀਸ਼ਨਲੀ ਹੋ ਰਿਹਾ, ਅੱਜ ਦਾ ਨਹੀਂ ਹੋ ਰਿਹਾ। ਇਹ ਕਈ ਵਿਦਵਾਨ ਤਾਂ ਇਹ ਕਹਿੰਦੇ ਹਨ ਕਿ ਇਹ ਭਾਸ਼ਾ ਜਿਹੜੀ ਹੈ ਗਾਥਾ, ਇਹ ਆਰੀਆਂ ਦੇ ਵੀ ਇੱਥੇ ਆਉਣ ਤੋਂ ਪਹਿਲਾਂ ਦੀ ਭਾਸ਼ਾ ਹੈ। ਔਰ ਇਹਦਾ ਸੰਬੰਧ ਉਹ ਜਿਹੜਾ ਹੈ ਜ਼ਰਤੁਸਤਰ ਦੇ ਨਾਲ, ਇੰਡੋ ਇਰਾਨੀਅਨ ਜਿਹੜੀਆਂ ਭਾਸ਼ਾਵਾਂ ਨੇ, ਪ੍ਰੀ ਇੰਡੋ ਇਰਾਨੀਅਨ ਭਾਸ਼ਾਵਾਂ ਦੇ ਨਾਲ ਜਾ ਜੋੜਦੇ ਨੇ, ਕਿਉਂਕਿ ਜ਼ੋਰੈਸਟਰ ਦੇ ਧਰਮ ਦੇ ਵਿੱਚ ਜਿਹੜੀਆਂ ਉਹਦੀਆਂ ਰਚਨਾਵਾਂ ਨੇ ਉਹਨਾਂ ਨੂੰ ਵੀ ਕੁਦਰਤੀ ਗਾਥਾ ਹੀ ਕਿਹਾ ਜਾਂਦਾ ਹੈ। ਤੋ ਉਹ ਵੀ ਕਵਿਤਾ ਦੇ ਰੂਪ ਵਿੱਚ ਹੀ ਹਨ ਤੇ ਉਹ ਅੱਜ ਤੱਕ ਉਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਹਨ ਔਰ ਉਹਨਾਂ ਨੂੰ ਉਹ ਪੂਜਾ ਕਰਨ ਲੱਗਿਆਂ ਗਾਉਂਦੇ ਹਨ। ਤੋ ਇਹ ਉਦੋਂ ਤੋਂ ਚੱਲੀ ਆ ਰਹੀ ਹੈ, ਆਰੀਆਂ ਦੇ ਇੱਥੇ ਆਉਣ ਤੋਂ ਪਹਿਲਾਂ ਦੀ। ਤੋ ਇਸ ਕਰਕੇ ਇਹ ਵੀ ਕਈ ਵਿਦਵਾਨ ਮੰਨਦੇ ਹਨ ਕਿ ਮੂਲ ਤੌਰ ਦੇ ਉੱਤੇ ਪ੍ਰਾਕਿਰਤ ਭਾਸ਼ਾ ਸੀ, ਜਿਹਦੇ ਵਿੱਚ ਬਾਅਦ ਵਿੱਚ ਸੰਸਕ੍ਰਿਤ ਦਾ ਤੇ ਹੋਰ ਭਾਸ਼ਾਵਾਂ ਦਾ ਵਿੱਚ ਮੇਲ ਹੋ ਗਿਆ। ਤੋ ਖੈਰ ਆਪਾਂ ਇਸ ਚੀਜ਼ ਨੂੰ ਛੱਡ ਕੇ ਅੱਗੇ ਚੱਲੀਏ ਕਿ ਇਹਦੀ ਇੰਪੋਰਟੈਂਸ ਸਿਰਫ ਇਹ ਧਾਰਮਿਕ ਜਿਹੜੀਆਂ ਰਚਨਾਵਾਂ ਨੇ ਉਹਨਾਂ ਦੇ ਵਾਸਤੇ ਬਹੁਤ ਵਰਤੋਂ ਕੀਤੀ ਗਈ ਹੈ। ਖਾਸ ਕਰਕੇ ਸੰਸਕ੍ਰਿਤੀ ਅਤੇ ਗਾਥਾ ਤੇ ਇਸ ਨਾਲ ਮਿਲਦੀਆਂ ਭਾਸ਼ਾਵਾਂ ਦੀ ਵਰਤੋਂ ਬੁੱਧ ਧਰਮ ਦੀਆਂ ਜਿਹੜੀ ਤ੍ਰਿਪਟਕ ਹੈਗੀਆਂ ਨੇ, ਉਹਨਾਂ ਦੀਆਂ ਪੁਸਤਕਾਂ ਨੇ ਜਿਨ੍ਹਾਂ ਦੇ ਵਿੱਚ ਬੁੱਧ ਧਰਮ ਦੇ ਉਪਦੇਸ਼ਾਂ ਦੀਆਂ ਗਾਥਾਵਾਂ ਨੇ, ਉੱਥੇ ਵਰਤੋਂ ਇਹਨਾਂ ਦੀ ਬਹੁਤ ਕੀਤੀ ਗਈ ਹੈ। ਤੇ ਇਸੇ ਤਰ੍ਹਾਂ ਜੈਨ ਧਰਮ ਦੀਆਂ ਪੁਸਤਕਾਂ ਵਿੱਚ ਵੀ ਇਹਨਾਂ ਦੀ ਵਰਤੋਂ ਬਹੁਤ ਕੀਤੀ ਗਈ ਹੈ। ਤੋ ਇਸ ਸਾਰੀ ਚਰਚਾ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਭਾਸ਼ਾਵਾਂ ਜਿਹੜੀਆਂ ਹਨ ਮਿਸ਼ਰਤ ਭਾਸ਼ਾਵਾਂ ਹਨ, ਇਹ ਸੰਸਕ੍ਰਿਤ ਨਹੀਂ ਹੈ। ਭਾਵੇਂ ਸਾਨੂੰ ਪਹਿਲੀ ਨਜ਼ਰ 'ਚ ਕਈ ਵਾਰੀ ਅਣਜਾਣਪੁਣੇ 'ਚ ਭੁਲੇਖਾ ਪੈ ਜਾਂਦਾ ਹੈ,
ਔਰ ਇਸ ਦੇ ਉੱਤੇ ਸੰਸਕ੍ਰਿਤ ਦੀ ਵਿਆਕਰਣ ਵੀ ਜਿਹੜੀ ਹੈ ਉਹ ਲਾਗੂ ਨਹੀਂ ਹੁੰਦੀ। ਔਰ ਜਿਸ ਇਲਾਕੇ ਦੇ ਵਿੱਚ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ ਉਸ ਇਲਾਕੇ ਦੀ ਭਾਸ਼ਾ ਦੇ ਵੀ ਕੁਝ ਅੰਸ਼ ਜਿਹੜੇ ਹਨ ਉਹ ਇਹਨਾਂ ਦੇ ਵਿੱਚ ਆ ਜਾਂਦੇ ਸਨ। ਜਿਵੇਂ ਕਿ ਪੰਜਾਬ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਵਿੱਚ ਪੰਜਾਬੀ ਦੇ ਅੰਸ਼ ਆ ਜਾਣੇ ਕੁਦਰਤੀ ਹਨ, ਕੁਝ ਸ਼ਬਦ ਪੰਜਾਬੀ ਦੇ ਵੀ ਆ ਜਾਂਦੇ ਹਨ। ਇਹ ਦੋਵੇਂ ਜਿਵੇਂ ਮੈਂ ਪਹਿਲਾਂ ਕਿਹਾ ਸੰਸਕ੍ਰਿਤ ਤੋਂ ਫਰਕ ਹਨ ਤੇ ਇਹਨਾਂ ਦੇ ਉੱਤੇ ਸੰਸਕ੍ਰਿਤ ਦੀ ਵਿਆਕਰਣ ਲਾਗੂ ਨਹੀਂ ਹੁੰਦੀ। ਤੋ ਇੰਜ ਅਸੀਂ ਇਹ ਸਮਝ ਸਕਦੇ ਹਾਂ ਕਿ ਸੰਸਕ੍ਰਿਤ ਦੀ ਜਿਹੜੀ ਸਖਤ ਵਿਆਕਰਣ ਹੈ ਉਸ ਤੋਂ ਥੋੜਾ ਜਿਹਾ ਛੁਟਕਾਰਾ ਪਾਉਣ ਲਈ ਇਹ ਭਾਸ਼ਾਵਾਂ ਹੋਣੀ ਚਾਹੀਆਂ। ਪਰ ਇੱਥੇ ਇੱਕ ਬੜੀ ਅਚੰਭੇ ਵਾਲੀ ਗੱਲ ਹੈ ਕਿ ਕਈ ਵਿਦਵਾਨਾਂ ਨੇ ਇਹ ਵੀ ਆਬਜੈਕਸ਼ਨ ਕੀਤੀ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਬਾਣੀਆਂ ਹਨ ਇਹ ਸੰਸਕ੍ਰਿਤ ਦੀ ਵਿਆਕਰਣ ਦੇ ਮੁਤਾਬਕ ਨਹੀਂ ਹਨ ਤੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਛੱਡੇ ਨੇ, ਸ਼ਬਦ ਵਰਤ ਛੱਡੇ ਨੇ ਕਈ ਜਿਹੜੇ ਅਨਮਤੀ ਵਿਦਵਾਨ ਨੇ ਕਿ ਗੁਰੂ ਨਾਨਕ ਸਾਹਿਬ ਨੂੰ ਜਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸੰਸਕ੍ਰਿਤ ਦੀ ਵਿਆਕਰਣ ਨਹੀਂ ਆਉਂਦੀ। ਤੇ ਜਦੋਂ ਉਹ ਇਹ ਗੱਲਾਂ ਕਹਿੰਦੇ ਨੇ ਅਸਲ ਦੇ ਵਿੱਚ ਜਿਵੇਂ ਭਾਈ ਕਾਹਨ ਸਿੰਘ ਨਾਭਾ ਜੀ ਦੇ ਸ਼ਬਦ ਜਿਹੜੇ ਨੇ ਉਹ ਆਪ ਜੀ ਦੇ ਸਾਹਮਣੇ ਦੁਹਰਾਵਾਂ ਕਿ ਅਸਲ ਦੇ ਵਿੱਚ ਉਹ ਆਪਣੀ ਅਗਿਆਨਤਾ ਦਾ ਹੀ ਇਜ਼ਹਾਰ ਕਰ ਰਹੇ ਹੁੰਦੇ ਹਨ, ਕਿਉਂਕਿ ਉਹ ਭਾਸ਼ਾ ਜਿਹੜੀ ਸੰਸਕ੍ਰਿਤ ਹੈ ਹੀ ਨਹੀਂ ਉਹਦੇ ਉੱਤੇ ਸੰਸਕ੍ਰਿਤ ਭਾਸ਼ਾ ਦੀ ਵਿਆਕਰਣ ਕਿਵੇਂ ਲਾਗੂ ਹੋ ਸਕਦੀ ਹੈ। ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਇਹ ਭਾਸ਼ਾ ਹੀ ਦੂਜੀ ਹੈ ਤੇ ਉਹ ਜ਼ਬਰਦਸਤੀ ਇਹ ਕਹਿ ਕੇ ਕਿ ਇਹਦੇ ਤੇ ਸੰਸਕ੍ਰਿਤ ਦੀ ਭਾਸ਼ਾ ਵਿਆਕਰਣ ਲਾਗੂ ਨਹੀਂ ਹੁੰਦੀ, ਇਹ ਸ਼ਾਇਦ ਅਗਿਆਨਤਾ ਦਾ ਵਿਸ਼ਾ ਹੈ। ਪਰ ਅਸਲ ਵਿੱਚ ਇਹ ਗੱਲ ਕਹਿ ਕੇ ਉਹ ਆਪਣੀ ਅਗਿਆਨਤਾ ਹੀ ਜਿਹੜੀ ਹੈ ਉਹ ਸ਼ੋਅ ਕਰ ਰਹੇ ਹੁੰਦੇ ਹਨ। ਤੋ ਇਹਨਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗਾਥਾ ਔਰ ਸਹਿਸਕ੍ਰਿਤੀ ਸ਼ਲੋਕਾਂ ਦੀ ਬਾਣੀ ਹੈ ਇਹ ਸਾਨੂੰ ਆਮ ਪੜ੍ਹਨ ਦੇ ਵਿੱਚ ਵੀ ਔਰ ਸਮਝਣ ਦੇ ਵਿੱਚ ਵੀ, ਕਿਉਂਕਿ ਇਹਦੇ ਵਿੱਚ ਸੰਸਕ੍ਰਿਤ ਭਾਸ਼ਾ ਦੇ ਜਿਹੜੇ ਲਫ਼ਜ਼ ਬਹੁਤਾਤ ਦੇ ਵਿੱਚ ਹਨ, ਪ੍ਰਾਕਿਰਤ ਦੇ ਪਾਲੀ ਦੇ ਵੀ ਸ਼ਬਦ ਹਨ, ਤਾਂ ਥੋੜੀ ਜਿਹੀ ਕਠਿਨਾਈ ਹੁੰਦੀ ਹੈ। ਪਰ ਇਸ ਤੋਂ ਅਸੀਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਤਿਗੁਰੂ ਜੀ ਨੇ ਕਿੰਨੀ ਵਾਈਡ ਵੈਰਾਈਟੀ ਕਿੱਥੋਂ ਜਿਹੜੇ ਕਿਹੜੇ ਧਰਮਾਂ ਦੇ ਜਿਹੜੇ ਲੋਕ ਸਨ ਉਹਨਾਂ ਨਾਲ ਚਰਚਾ ਕੀਤੀ। ਜੇ ਮੰਨ ਲਈਏ ਕਿ ਬੁੱਧ ਧਰਮ, ਜੈਨ ਧਰਮ ਦੇ ਵਿਦਵਾਨਾਂ ਜਾਂ ਹੋਰ ਧਰਮਾਂ ਦੇ ਵਿਦਵਾਨਾਂ ਦੇ ਨਾਲ ਚਰਚਾ ਕਰਦੇ ਹਾਂ, ਇਸ ਭਾਸ਼ਾ ਦੇ ਵਿੱਚ ਚਰਚਾ ਹੋਈ ਹੋਵੇਗੀ ਤੇ ਇਸ ਕਰਕੇ ਉਹਨਾਂ ਨੇ ਇਸ ਭਾਸ਼ਾ ਦੇ ਵਿੱਚ ਇਹ ਬਾਣੀਆਂ ਰਚੀਆਂ ਤੇ ਸ਼ਾਇਦ ਉਹਨਾਂ ਨੂੰ ਆਪਣੀ ਗੱਲ ਸਮਝਾਉਣ ਵਾਸਤੇ ਇਹ ਬਾਣੀ ਵਰਤੀ। ਤੋ ਇਸ ਤੋਂ ਸਾਨੂੰ ਇਹ ਵੀ ਸਮਝ ਆਉਂਦੀ ਹੈ ਕਿ ਸਤਿਗੁਰੂ ਜੀ ਦਾ ਭਾਸ਼ਾਵਾਂ ਦਾ ਗਿਆਨ ਕਿੰਨਾ ਵਾਈਡ ਸੀ ਔਰ ਕਿੱਥੇ ਤੱਕ ਮਤਲਬ ਕਿੰਨੀਆਂ ਭਾਸ਼ਾਵਾਂ ਜਿਹੜੀਆਂ ਆਮ ਲੋਕਾਂ ਦੀ ਸਮਝ ਵਿੱਚ ਵੀ ਨਹੀਂ ਆਉਂਦੀਆਂ ਉਹ ਵੀ ਭਾਸ਼ਾਵਾਂ ਵਰਤ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਸਕ੍ਰਿਤੀ ਜੋ ਹੈ ਸੰਸਕ੍ਰਿਤ ਨਹੀਂ ਹੈ, ਇਹ ਬਹੁਤ ਹੋਰ ਬੋਲੀਆਂ ਦਾ ਮਿਸ਼ਰਣ ਹੈ। ਵੀਰ ਜੀ ਨੇ ਬੜੀ ਨੁਕਤੇ ਦੀ ਗੱਲ ਦੱਸੀ ਹੈ ਔਰ ਬਿਲਕੁਲ ਠੀਕ ਹੈ ਕਿ ਆਮ ਤੌਰ ਤੇ ਪ੍ਰਭਾਵ ਇਹੀ ਪੈ ਜਾਂਦਾ ਹੈ ਕਿ ਸ਼ਾਇਦ ਇਹ ਕਿਉਂਕਿ ਅੱਖਰ ਵੀ ਮਿਲਦੇ ਨੇ ਸੰਸਕ੍ਰਿਤੀ ਤੇ ਸੰਸਕ੍ਰਿਤ ਤੋਂ ਟਪਣਾ ਲੱਗ ਜਾਂਦਾ ਵੀ ਕਿਤੇ ਸੰਸਕ੍ਰਿਤ ਹੈ ਤੇ ਨਹੀਂ ਹੈ। ਵੀਰ ਜੀ ਨੇ ਤਾਂ ਬਹੁਤ ਡਿਟੇਲ ਸਾਨੂੰ ਦੱਸਿਆ ਹੈ ਇਹਦਾ origin ਵੀ ਕਿੱਥੋਂ ਹੈ। तो बहुत बहुत आप जी का धन्यवाद है। तो मैं आस रखता संगत जी के जिस तरह ये सवाल पूरी बरीकी नाल डिस्कस किए जाते हैं आप जी जरूर उन्होंने नाल एग्री करोगे। हाँ फिर भी जिथे भी कोई डिसएग्री होवे या कोई समझो साढ़े कोलों सैवन या किसी तरीके नाल गलती हो गई होवे तो कृपा करके उन्हें सुधारना जरूर ग्रुप चैट च लिख सकते हो या सानू बाद विच दस सकते हो। तो संगत जी डॉक्टर कृपाल सिंह जी ने साडे नोटिस लिया बड़ी अच्छी गल है कि अज लेबर डे है तो कहते भी सारी सिख संगत नूं लेबर डे जिहड़ा ये क्योंकि गुरु नानक साहब पातशाह ने जिहड़े सानूं असूल दिते ने आम असीं सुणदे हां कि किरत करो नाम जपो वंड छको ये तीन असूल ने। तो मैं समझा भी किरत करो सब तो पहला पढ़िया जाता है कि किरती होना बड़ा जरूरी। जिहड़ा बंदा विहलड़ है भावें उहदे कोल किन्नी भी धन दौलत होवे वो बंदा जिहड़ा है वो जे किरती नहीं है तो वो फिर नाम जपण वाले पासे किवें जाएगा। सो नाम जपण तो पहला किरत रखने का मतलब ही है कि ये साडा मत जिहड़ा है ये किरतियां दा मत है, वेलड़ां दा मत नहीं है, लुटेरियां दा मत नहीं है। तो इस करके किरत की बड़ी महत्ता है और साडे गुरु साहबान ने खुद आप किरत की। गुरु नानक पातशाह जी दी तुसीं देख लो कि शरीर जद उन्हां दी जे सरीरक तौर ते संसारक तौर ते जिन्हों आपां कहने बजुर्ग अवस्था सी उस वेले भी उन्होंने करतारपुर जिहड़ी है वो खेती की। तो इसदा मतलब किरत दा बड़ा इंपॉर्टेंस है। तो इसलिए अज दा दिन लेबर डे जिहड़ा है वो साडे लई बहुत महत्वपूर्ण है। तो आओ अज दे दिन विच अपने अंदर फरोलीए कि असीं इन्हां तिन्नां असूलां ते किन्ना क चल रहे हैं। किरत करो नाम जपो वंड छको क्योंकि जिहड़ा किरती है उन्होंने नाम जपण की प्रेरणा मिलेगी।
ਤੇ ਜਿਹੜਾ ਬੰਦਾ ਨਾਮ ਜਪਦਾ ਹੈ ਉਹੀ ਵੰਡ ਕੇ ਛਕ ਸਕਦਾ ਹੈ, ਵਰਨਾ ਦੁਨੀਆ ਦੇ ਬੜੇ ਬੜੇ ਅਮੀਰ ਧਨਾੜ ਬੈਠੇ ਨੇ, ਉਹ ਵੰਡ ਕੇ ਨਹੀਂ ਸਕਦੇ, ਲੋਕਾਂ ਨੂੰ ਹੋਰ ਲੁੱਟ ਕੇ ਬੇਸ਼ੱਕ ਆਪਣੇ ਤਿਜੋਰੀਆਂ ਭਰਦੇ ਜਾਣ, ਪਰੰਤੂ ਜਿਹੜਾ ਨਾਮ ਰਸੀਆ ਹੋਏਗਾ, ਜਿਹਨੇ ਕਿਰਤ ਕੀਤੀ ਹੈ, ਨਾਮ ਜਪਿਆ, ਨਾਮ ਜਪਣ ਵਾਲਾ ਜਿਹੜਾ ਉਹ ਵੰਡ ਸਕੇਗਾ। ਔਰ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਪੈਮਾਨਾ ਦਿੱਤਾ ਕਿ ਵੰਡ ਕੇ ਛਕਣ ਦਾ, ਜਿਹੜਾ ਅੱਜ ਤੱਕ ਚੱਲ ਰਿਹਾ ਹੈ। ਔਰ ਦੁਨੀਆ ਵਿੱਚ ਯੂਨਾਈਟਿਡ ਸਿੱਖਸ ਜਾਂ ਖਾਲਸਾ ਏਡ ਵਰਗੇ ਜਿਹੜੇ ਨਾਮ ਨੇ, ਇਹ ਇਸ ਗੱਲ ਦੀ ਸਾਡਾ ਸਿਰ ਉੱਚਾ ਹੁੰਦਾ ਹੈ ਕਿ ਅਸੀਂ ਗੁਰੂ ਸਾਹਿਬਾਨ ਜਿਹੜੇ ਪਾਏ ਪੂਰਨੇ ਨੇ, ਉਹ ਯੂਨਾਈਟਿਡ ਸਿੱਖ ਔਰ ਖਾਲਸਾ ਏਡ ਦੇ ਨਾਂ ਥੱਲੇ ਅੱਜ ਵੀ ਜਿੱਥੇ ਵੀ ਕਿਤੇ ਮੁਸੀਬਤ ਹੁੰਦੀ ਹੈ, ਇਹ ਸਾਡੇ ਵੀਰ ਭੈਣਾਂ ਉੱਥੇ ਪਹੁੰਚਦੇ ਨੇ ਔਰ ਸੇਵਾ ਕਰਦੇ ਨੇ। ਤੋ ਸੰਗਤ ਜੀ, ਸਮਾਂ ਹੋ ਗਿਆ, ਜਿਹੜੇ ਸਵਾਲ ਸਾਡੇ ਕੋਲ ਬਚ ਗਏ ਨੇ ਉਹ ਅਸੀਂ ਅਗਲੇ ਹਫਤੇ ਲਵਾਂਗੇ। ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਕਿਵੇਂ ਅੱਛਾ ਬਣਾਇਆ ਜਾ ਸਕੇ, ਉਹਦੇ ਬਾਰੇ ਤੁਹਾਡੇ ਸੁਝਾਅ ਸਾਨੂੰ ਬਹੁਤ ਜ਼ਰੂਰੀ ਚਾਹੀਦੇ। ਬਾਕੀ ਪ੍ਰੋਗਰਾਮਾਂ ਬਾਰੇ ਬੇਨਤੀ ਕਰੀਦੀ ਹੈ, ਪਰ ਸਵਾਲ ਜਵਾਬ ਬਾਰੇ ਮੈਂ ਸਪੈਸ਼ਲ ਬੇਨਤੀ ਕਰ ਰਿਹਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹਨੂੰ ਆਪਾਂ ਕਿਵੇਂ ਹੋਰ ਸੁਚਾਰੂ ਢੰਗ ਨਾਲ ਚਲਾ ਸਕਦੇ ਹਾਂ। ਤੁਹਾਡੇ ਫੀਡਬੈਕ ਦੀ ਲੋੜ ਹੈ, ਤੁਹਾਡੀ ਅਗਵਾਈ ਦੀ ਲੋੜ ਹੈ। ਸੰਗਤ ਜੀ, ਆਪਣਾ ਸਵਾਲ ਜਦ ਵੀ ਤੁਹਾਡੇ ਮਨ 'ਚ ਕੋਈ ਵੀ ਆਵੇ, ਚਾਹੇ ਸਿੱਖ ਰਹਿਤ ਮਰਿਆਦਾ ਬਾਰੇ ਹੋਵੇ ਜਾਂ ਸਾਡੀ ਰਹਿਣੀ ਬਹਿਣੀ ਬਾਰੇ ਹੋਵੇ, ਗੁਰਬਾਣੀ ਬਾਰੇ ਹੋਵੇ ਜਾਂ ਸਿੱਖ ਇਤਿਹਾਸ ਬਾਰੇ ਹੋਵੇ, ਉਹ ਕਿਰਪਾ ਕਰਕੇ ਜ਼ਰੂਰ ਸਾਨੂੰ ਭੇਜਿਆ ਕਰੋ। ਕਿਉਂਕਿ ਜਿਸ ਵੇਲੇ ਸਵਾਲ ਆਉਂਦਾ ਹੈ ਤਾਂ ਸਾਡੇ ਅੰਦਰ ਇੱਕ ਚਿੜਕ ਉਗਰਦੀ ਹੈ, ਫਿਰ ਇਸ ਦਾ ਜਵਾਬ ਲੱਭਦੇ ਹਾਂ, ਸੰਗਤ ਨਾਲ ਸਾਂਝਾ ਕਰਦੇ ਹਾਂ, ਉਹਦੇ ਨਾਲ ਸਾਡੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਔਰ ਬੜੇ ਭਰਮ ਭੁਲੇਖੇ ਜਿਹੜੇ ਦੂਰ ਹੋ ਜਾਂਦੇ ਨੇ। ਅੱਜ ਵੀ ਜਿਹੜੇ ਸਵਾਲ ਚੱਲੇ ਨੇ, ਇਹਨਾਂ 'ਚ 2-3 ਗੱਲਾਂ ਤੁਸੀਂ ਦੇਖੋਗੇ, ਘੱਟੋ ਘੱਟ ਮੈਨੂੰ ਜ਼ਰੂਰ ਲੱਗਦੀਆਂ ਨੇ ਕਿ ਸਾਡੇ ਭੁਲੇਖੇ ਦੂਰ ਹੋਏ। ਸਤਿਗੁਰੂ ਕਿਰਪਾ ਕਰਨ, ਇਹ ਕਾਰਵਾਂ ਇਸੇ ਤਰ੍ਹਾਂ ਚੱਲਦਾ ਰਹੇ ਔਰ ਸਤਿਗੁਰੂ ਦੀ ਮਿਹਰ ਨਾਲ, ਸੰਗਤ ਦੇ ਆਸ਼ੀਰਵਾਦ ਦੇ ਨਾਲ ਅਸੀਂ ਇਹ ਜਿਹੜਾ ਗੁਰਬਾਣੀ ਪ੍ਰਚਾਰ ਦਾ ਸਿਲਸਿਲਾ ਹੈ, ਇਹ ਸਤਿਗੁਰੂ ਜਾਰੀ ਰੱਖਣ, ਤਾਂ ਜੇ ਅਸੀਂ ਜਿਹੜਾ ਸਾਡਾ ਕਾਲਜ ਦਾ ਸਲੋਗਨ ਹੈ ਕਿ ਗੁਰਮਤਿ ਸਿੱਖ ਕੇ ਅਸਾਂ ਸਿਖਾਉਣੀ, ਅੰਮ੍ਰਿਤਧਾਰੀ ਕੌਣ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ। ਤੋ ਸਤਿਗੁਰੂ ਨੇ ਸਾਨੂੰ ਇਹ ਪਲੇਟਫਾਰਮ ਬਖਸ਼ਿਆ ਜਿਹੜਾ ਜ਼ੂਮ ਦਾ, ਆਓ ਇਹਦੇ ਤੇ ਆਪਾਂ ਵੱਧ ਤੋਂ ਵੱਧ ਸੰਗਤਾਂ ਰਲੀਏ। ਜਿਵੇਂ ਮੈਂ ਪਹਿਲੇ ਵੀ ਕਹਿੰਦਾ ਹੁੰਦਾ, ਔਰ ਸੱਚਾਈ ਇਹ ਹੈ ਵੀ ਅੱਜ ਵੀ ਗਿਣਤੀ 66 ਤੋਂ ਨਹੀਂ ਵਧੀ, ਜਦ ਕਿ ਅੱਗੇ ਅਸੀਂ ਸੈਂਕੜੇ ਦੇ ਨੇੜੇ ਟੁੱਪ ਗਏ ਸਾਂ, ਔਰ ਜਿਸ ਦਿਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਆਉਂਦੇ ਨੇ ਉਹ ਸੈਂਕੜਾ ਵੀ ਟੱਪ ਜਾਂਦਾ। ਤੋ ਆਪਾਂ ਕੋਸ਼ਿਸ਼ ਕਰੀਏ, ਇਹਦਾ ਮਤਲਬ ਆ ਸਕਦੇ ਹਾਂ, ਜੇ ਮੰਗਲਵਾਰ ਆ ਸਕਦੇ ਹਾਂ ਤੇ ਬਾਕੀ ਵੀ ਆ ਸਕਦੇ ਹਾਂ। ਹਾਂ, ਇਹ ਜ਼ਰੂਰ ਹੈ ਜਿਹੜੀ ਮੈਂ ਪਹਿਲੇ ਬੇਨਤੀ ਕੀਤੀ ਉਹ ਫਿਰ ਰਿਪੀਟ ਕਰ ਰਿਹਾ ਵੀ ਪ੍ਰੋਗਰਾਮਾਂ ਵਿੱਚ ਜਿਹੜੀ ਕਮੀ ਹੈ ਉਹ ਸਾਨੂੰ ਦੱਸੋ, ਤਾਂ ਜੇ ਅਸੀਂ ਨੂੰ ਕਿਵੇਂ ਹੋਰ ਦਿਲਚਸਪ ਬਣਾ ਸਕਦੇ। ਤੋ ਇੱਕ ਵਾਰੀ ਫਿਰ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹੋਇਆ ਬੇਨਤੀ ਕਰਾਂਗਾ ਸੰਗਤ ਨੂੰ ਕਿ ਜਿੱਥੇ ਆਪ ਜੀ ਬਾਕੀ ਸਹਿਯੋਗ ਦਿੰਦੇ ਹੋ, ਉੱਥੇ ਮੈਂ ਪਿਛਲੇ ਹਫ਼ਤੇ ਬੇਨਤੀ ਕੀਤੀ ਸੀ, ਆਓ ਆਪਾਂ ਕੁਝ ਚਿਰ ਲਈ ਨਾ ਮੈਗਜ਼ੀਨ ਮੁਹਿੰਮ ਸ਼ੁਰੂ ਕਰੀਏ ਕਿ ਜੇ ਸਾਡੇ ਘਰ 'ਚ ਨਹੀਂ ਮੈਗਜ਼ੀਨ ਆ ਰਿਹਾ ਤੇ ਸਾਡੇ ਘਰ 'ਚ ਆਉਣਾ ਚਾਹੀਦਾ ਹੈ। ਅਸੀਂ ਸਾਡਾ ਜਿਹੜਾ ਵੀ ਨੇੜੇ ਦਾ ਕੋਈ ਸਾਥੀ ਜਾਂ ਸਾਡੇ ਕੋਈ ਸਰਕਲ ਹੈ, ਗੁਰੂ ਸਿੱਖ ਮਿਸ਼ਨਰੀ ਕਾਲਜ ਦਾ ਸਰਕਲ ਹੈ, ਜਾਂ ਕਿਸੇ ਵਰਕਰ ਨੂੰ ਅਪਰੋਚ ਕਰਕੇ ਅਸੀਂ ਮੈਗਜ਼ੀਨ ਜਿਹੜਾ ਉਹ ਲਵਾ ਸਕਦੇ ਹਾਂ। ਜੇ ਸਾਡੇ ਕੋਲ ਆ ਰਿਹਾ ਤੇ ਘੱਟੋ ਘੱਟ 1-1, 2-2 ਹੋਰ ਜਿਹੜੇ ਨੇ ਉਹ ਆਪਣੇ ਵੀਰ ਭੈਣਾਂ, ਆਂਢੀ ਗੁਆਂਢੀ, ਰਿਸ਼ਤੇਦਾਰ ਨੂੰ ਇਹ ਜ਼ਰੂਰ ਲਓ। ਇੱਕ ਮੈਂ ਸੁਜੈਸ਼ਨ ਹੋਰ ਦਿੱਤੀ ਸੀ ਬਈ ਜਿਸ ਵੇਲੇ ਕਿਸੇ ਦਾ ਬਰਥਡੇ ਹੋਵੇ ਤੇ ਅਸੀਂ, ਸਾਡਾ ਰਿਵਾਜ ਹੈ ਉਹਨੂੰ ਗਿਫਟ ਭੇਜਦੇ ਹਾਂ, ਤੇ ਮੈਂ ਬੇਨਤੀ ਕਰਾਂਗਾ ਜਿਸ ਦਾ ਬਰਥਡੇ ਹੋਵੇ ਕਿਸੇ ਵੀਰ ਭੈਣ ਭਰਾ ਦੋਸਤ ਦਾ, ਤਾਂ ਉਹਨੂੰ 1 ਸਾਲ ਲਈ ਸਿੱਖ ਫੁਲਵਾੜੀ ਮੈਗਜ਼ੀਨ ਜਿਹੜੀ ਹੈ ਉਹ ਲਵਾ ਦਿਓ, ਉਹਦੇ ਐਡਰੈਸ 'ਤੇ ਭੇਜੋ ਵੀ ਇਹ ਸਾਡਾ ਗਿਫਟ। ਦੂਜੇ ਗਿਫਟਾਂ ਨਾਲ ਇਹ ਗਿਫਟ ਬੜਾ ਕੀਮਤੀ ਹੈ, ਇਹ ਤਾਂ ਦੂਜੇ ਗਿਫਟ ਤਾਂ ਕੰਮ ਵੀ ਨਹੀਂ ਆਉਂਦੇ ਕਈ ਵਾਰੀ, ਉਹ ਤੇ ਐਵੇਂ ਦੇਖਣ ਨੂੰ ਜਾਂ ਸਾਡਾ ਫੈਸ਼ਨ ਪ੍ਰਸਤੀ ਹੈ। ਇਹ ਜਿਹੜਾ ਹੈਗਾ ਇਹਨੂੰ ਪਤਾ ਨਹੀਂ ਕਿੰਨਿਆਂ ਕਿਤੇ ਪੜ੍ਹਨਾ ਹੈ ਤੇ ਉਹ ਗਿਫਟ ਕਿੰਨਿਆਂ 'ਚ ਵੰਡਿਆ ਜਾਣਾ, ਤੇ ਅਗਲੇ ਸਾਲ ਫੇਰ ਬਰਥਡੇ ਤਾਂ ਇਹਨੂੰ ਰਿਨਿਊ ਕਰਾਓ। ਇਸ ਨਾਲ ਜਿਸ ਤਰ੍ਹਾਂ ਸਾਡੀ ਭਾਈਚਾਰਾ ਚੱਲੇਗਾ, ਉਹਦੇ ਨਾਲ ਸਾਡਾ ਗੁਰਮਤਿ ਦਾ ਭਾਈਚਾਰਾ ਜਿਹੜਾ ਇਹਦਾ ਵੀ ਪ੍ਰਚਾਰ ਹੋਵੇਗਾ। ਆਸ ਹੈ ਬੇਨਤੀਆਂ ਨੂੰ ਪ੍ਰਵਾਨ ਕਰੋਗੇ। ਅੱਜ ਦਾ ਪ੍ਰੋਗਰਾਮ ਨਿਭਾਉਂਦਿਆਂ ਬਹੁਤ ਸਾਰੀਆਂ ਤਰੁੱਟੀਆਂ, ਗਲਤੀਆਂ ਹੋ ਜਾਂਦੀਆਂ ਨੇ। ਮੈਂ ਪੈਨਲ ਦੀ ਬਿਹਾਫ ਤੇ ਆਪ ਸਭ ਪਾਸੋਂ ਖਿਮਾ ਮੰਗਦਾ ਔਰ ਆਸ ਰੱਖਦਾ ਕਿ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜਦੇ ਰਹੋਗੇ। ਸਤਿਗੁਰੂ ਦੀ ਕਿਰਪਾ ਸਾਨੂੰ ਮਿਲਦੀ ਹੈ। ਭੁੱਲਾਂ ਦੀ ਖਿਮਾ, ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।